ਹੈਲੋ ਐਵਰੀਵਨ। ਗਿਲਸ ਮੈਂਟੋਰ ਦੇ ਅਫੀਸ਼ੀਅਲ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਦੇ ਅਕਾਊਂਟਸ ਦਾ ਲੈਕਚਰ ਅੱਜ ਅਸੀਂ 13ਵਾਂ ਦੇਖਣ ਲੱਗੇ ਹਾਂ। ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਕੋਈ ਇਨਫੋਰਮੇਸ਼ਨ ਸ਼ੇਅਰ ਕਰਨੀ ਸੀ। ਗਿਲਸ ਮੈਂਟੋਰ ਤੁਹਾਨੂੰ ਮੌਕ ਟੈਸਟ ਵੀ ਪ੍ਰੋਵਾਈਡ ਕਰਾ ਰਹੇ ਹਾਂ। ਜੇ ਤੁਹਾਨੂੰ ਮੌਕ ਟੈਸਟ ਖਰੀਦਣੇ ਨੇ ਤਾਂ www.gilsmentor.test.com 'ਤੇ ਖਰੀਦ ਸਕਦੇ ਹੋ। ਉਹਦੇ ਤੁਹਾਨੂੰ ਈ ਬੁੱਕਸ ਵੀ ਪ੍ਰੋਵਾਈਡ ਹੋਣਗੀਆਂ, ਉਹਦੇ ਤੁਹਾਨੂੰ ਸੈਕਸ਼ਨ ਟੈਸਟ ਵੀ ਪ੍ਰੋਵਾਈਡ ਹੋਣਗੇ। ਮੌਕ ਟੈਸਟ ਨਾਲ ਤੁਹਾਡੀ ਤਿਆਰੀ ਅੱਛੀ ਹੋ ਸਕਦੀ ਹੈ। ਤੁਸੀਂ ਅੱਗੇ ਬਹੁਤ ਅੱਛਾ ਕਰ ਸਕਦੇ ਹੋ, ਤੁਹਾਡੇ ਚਾਂਸਿਸ ਹੋਰ ਵੱਧ ਸਕਦੇ ਨੇ। ਮੌਕ ਟੈਸਟ ਨਾਲ ਇਹ ਪਤਾ ਲੱਗ ਜਾਂਦਾ ਕਿ ਤੁਸੀਂ ਕਿੱਥੇ ਸਟੈਂਡ ਕਰ ਰਹੇ ਹੋ। ਤੁਸੀਂ ਮੌਕ ਟੈਸਟ ਜ਼ਰੂਰ ਦਿਓ। ਅਤੇ ਜੇ ਤੁਸੀਂ ਮੌਕ ਟੈਸਟ ਖਰੀਦਣਾ ਚਾਹੁੰਦੇ ਹੋ ਤਾਂ www.gilsmentor.test.com ਤੋਂ ਖਰੀਦ ਸਕਦੇ ਹੋ। ਅੱਗੇ ਆਪਾਂ ਅੱਜ ਅਸੀਂ 13ਵਾਂ ਲੈਕਚਰ ਦੇਖਾਂਗੇ ਗਿਲਸ ਮੈਂਟੋਰ ਦਾ। 13ਵਾਂ ਲੈਕਚਰ ਆਪਾਂ ਦੇਖਾਂਗੇ। ਅੱਜ ਅਸੀਂ ਬਿਲ ਐਕਸਚੇਂਜ ਪਾਰਟ 2 ਦੀ ਗੱਲ ਕਰਾਂਗੇ। ਮੈਂ ਰਿਕੁਐਸਟ ਕਰਨਾ ਚਾਹਾਂਗਾ ਜਿਹੜੇ ਪਾਰਟ 1 ਹੈ, ਉਹ ਜਿਹੜੇ ਬੱਚਿਆਂ ਨੇ ਪਾਰਟ 1 ਨਹੀਂ ਦੇਖਿਆ ਉਹ ਪਹਿਲੇ ਪਾਰਟ 1 ਦੇਖਣ, ਕਿਉਂਕਿ ਉਹ 'ਚ ਮੈंने ਡਿਟੇਲ 'ਚ ਸਾਰਾ ਇੰਟਰੋਡਕਸ਼ਨ ਦਿੱਤੀ ਹੈ ਕਿ ਬਿਲ ਐਕਸਚੇਂਜ ਕੀ ਹੁੰਦਾ ਅਤੇ ਕਿਸ ਤਰ੍ਹਾਂ ਇੱਕ ਸਿੰਪਲ ਟਰਮ 'ਚ ਆਪਾਂ ਉਸਨੂੰ ਬਿਲ ਐਕਸਚੇਂਜ ਕਵਾਂਗੇ ਅਤੇ ਉਸ ਵਿੱਚ ਕੀ ਚੀਜ਼ਾਂ ਕੰਟੈਂਟਸ ਆਉਂਦੇ ਨੇ, ਉਹ ਮੈਂ ਸਾਰਾ ਸਮਝਾਇਆ। ਅੱਜ ਮੈਂ ਉਸਦੇ ਅੱਗੇ ਕਾਊਂਟਿੰਗ ਟਰੀਟਮੈਂਟ ਸਮਝਾਵਾਂਗਾ ਕਿ ਕਿਸ ਤਰ੍ਹਾਂ ਨਾਲ ਆਪਾਂ ਬਿਲ ਐਕਸਚੇਂਜ ਨੂੰ ਯੂਜ਼ ਕਰਦੇ ਹਾਂ। ਉਹ ਸਾਰਾ ਅੱਜ ਮੈਂ ਸਮਝਾਵਾਂਗਾ, ਠੀਕ ਹੈ। ਤਾਂ ਅੱਜ ਅਸੀਂ ਪਹਿਲੇ ਟਾਈਪਸ ਵੀ ਦੇਖਾਂਗੇ। ਇੱਕ ਟਾਈਪਸ ਪਾਰਟ ਸੀ ਕਿ ਆਪਾਂ ਟਾਈਪਸ ਪਹਿਲੇ ਦੇਖਾਂਗੇ, ਉਸ ਤੋਂ ਬਾਅਦ ਅਕਾਊਂਟਿੰਗ ਟਰੀਟਮੈਂਟ ਦੇਖਾਂਗੇ। ਟਾਈਪਸ ਦੋ ਤਰ੍ਹਾਂ ਦੀਆਂ, ਇੱਕ ਹੈ ਟਰੇਡ ਬਿੱਲ, ਠੀਕ ਹੈ, ਦੂਜਾ ਹੈਗਾ ਅਕੋਮੋਡੇਸ਼ਨ ਬਿੱਲ। ਅਕੋਮੋਡੇਸ਼ਨ ਬਿੱਲ, ਠੀਕ ਹੈ। ਪਹਿਲੇ ਆਪਾਂ ਟਰੇਡ ਬਿੱਲ ਦੀ ਗੱਲ ਕਰਾਂਗੇ। ਟਰੇਡ ਬਿੱਲ ਉਹ ਹੋਗਾ ਜੋ ਆਪਾਂ ਰੋਜ਼ ਡੇ ਟੂ ਡੇ ਬੇਸਿਸ 'ਚ ਯੂਜ਼ ਕਰਦੇ ਹਾਂ ਅਤੇ ਜੋ ਨੋਰਮਲ ਟਰਮ 'ਚ ਯੂਜ਼ ਹੁੰਦਾ ਹੀ ਹੁੰਦਾ, ਜਿਸ ਨੂੰ ਐਕਚੁਅਲ ਜੋ ਆਪਾਂ ਬਿਲ ਐਕਸਚੇਂਜ ਕਹਿੰਦੇ ਹਾਂ। ਉਹ ਦੋ ਤਰ੍ਹਾਂ ਨਾਲ ਹੋ ਸਕਦਾ। ਇੱਕ ਹੁੰਦਾ ਪੇਬਲ ਔਨ ਡਿਮਾਂਡ, ਇੱਕ ਹੁੰਦਾ ਟਾਈਮ ਬਿੱਲ। ਪੇਬਲ ਔਨ ਡਿਮਾਂਡ ਦਾ ਮਤਲਬ ਇਹ ਹੁੰਦਾ ਇਹ 'ਚ ਕੋਈ ਡਿਊਰੇਸ਼ਨ ਨਹੀਂ ਹੁੰਦੀ, ਔਨ ਡਿਮਾਂਡ 'ਤੇ ਪੈਸੇ ਦੇਣੇ ਹੁੰਦੇ ਆ, ਠੀਕ ਹੈ। ਚੈੱਕ ਆਪਾਂ ਜਿਵੇਂ ਪੇ ਕਰਦੇ ਹਾਂ, ਜਿਵੇਂ ਸਪੋਜ਼ ਕਰੋ ਕੋਈ ਬੈਂਕ 'ਚੋਂ ਤੁਸੀਂ ਚੈੱਕ, ਤੁਹਾਡੇ ਕੋਲ ਬੈਂਕ ਦੀ ਕੋਈ ਚੈੱਕ ਬੁੱਕ ਹੈ ਤੁਹਾਡੇ ਕੋਲ, ਠੀਕ ਹੈ। ਤੁਸੀਂ ਬਾਈਕ ਖਰੀਦਣ ਜਾ ਰਹੇ ਹੋ ਅਤੇ ਤੁਹਾਨੂੰ ਉਸਨੇ ਬਾਈਕ ਖਰੀਦੀ ਤੁਹਾਨੇ, ਤਾਂ ਉਸ ਡੀਲਰ ਨੇ ਤੁਹਾਨੂੰ ਬਿੱਲ ਦਿੱਤਾ, ਤੁਸੀਂ ਬਿੱਲ ਲਿੱਤਾ ਅਤੇ ਤੁਸੀਂ ਉਹਨੂੰ ਚੈੱਕ ਦੇ ਦਿੱਤਾ। ਇਹਨੂੰ ਕਹਾਂਗੇ ਆਪਾਂ ਪੇਬਲ ਔਨ ਡਿਮਾਂਡ, ਜਿਹੜਾ ਡਿਮਾਂਡ 'ਤੇ ਚੈੱਕ ਪੇ ਕਰਤਾ। ਦੂਜਾ ਹੋ ਗਿਆ ਟਾਈਮ ਬਿੱਲ, ਜਿਹੜੀ ਮੈਜੋਰਟੀ ਡੇਟ ਸਪੈਸੀਫਾਈ ਨਹੀਂ ਹੈ। ਮਤਲਬ ਕਿ ਇਹ ਹੋਏਗਾ ਐਕਚੁਅਲ ਜਿਹੜਾ ਮੈਂ ਬਿਲ ਐਕਸਚੇਂਜ ਦੀ ਗੱਲ ਕਰ ਰਿਹਾ, ਇਹ ਹੁੰਦਾ ਐਕਚੁਅਲ ਜਿਹੜਾ ਟਾਈਮ ਬਿੱਲ ਦੀ ਗੱਲ ਹੋਏਗੀ, ਜਿਸ ਵਿੱਚ ਇੱਕ ਪਾਰਟੀ ਅਤੇ ਦੂਜੇ ਪਾਰਟੀ ਵਿੱਚ ਪੈਸਾ ਲੈਣ ਦੇਣ ਦਾ ਇੱਕ ਟਾਈਮ ਬੰਨਿਆ ਜਾਵੇਗਾ। 1 ਮਹੀਨੇ, 2 ਮਹੀਨੇ, 3 ਮਹੀਨੇ, ਉਸ ਨੂੰ ਕਹਿੰਦੇ ਆ ਟਾਈਮ ਬਿੱਲ। ਟਾਈਮ ਬਿੱਲ ਦੀ ਅੱਗੋਂ ਦੋ ਤਰ੍ਹਾਂ ਨਾਲ ਹੁੰਦਾ, ਬਿੱਲ ਆਫਟਰ ਡੇਟ, ਬਿੱਲ ਆਫਟਰ ਸਾਈਟ। MCQ 'ਚ ਪੁੱਛ ਲਿਆ ਜਾਂਦਾ ਕਿ ਬਿੱਲ ਆਫਟਰ ਡੇਟ ਕਿਹਨੂੰ ਕਹਿੰਦੇ ਨੇ, ਬਿੱਲ ਆਫਟਰ ਸਾਈਟ ਕਿਹਨੂੰ ਕਹਿੰਦੇ ਨੇ। ਬਿੱਲ ਆਫਟਰ ਡੇਟ ਆਪਾਂ ਉਸ ਨੂੰ ਕਹਾਂਗੇ ਜਦੋਂ ਕੋਈ ਜੋ ਮਾਲ ਵੇਚ ਰਿਹਾ, ਜਿਹੜਾ ਬੰਦਾ ਇਹ ਮਾਲ ਵੇਚ ਰਿਹਾ, ਤਾਂ ਇਹ ਜਿਹੜਾ ਜਦੋਂ ਬਿੱਲ ਕ੍ਰੀਏਟ ਕਰੇਗਾ B ਦੇ ਨਾਮ 'ਤੇ, ਤਾਂ B ਦੇ ਨਾਮ 'ਤੇ ਕ੍ਰੀਏਟ ਕਰਨ, ਸਪੋਜ਼ ਕਰੋ 1 ਅਪ੍ਰੈਲ ਨੂੰ ਉਹਨੇ ਕ੍ਰੀਏਟ ਕੀਤਾ, ਠੀਕ ਹੈ। 1 ਅਪ੍ਰੈਲ ਕ੍ਰੀਏਟ ਕੀਤਾ ਤਾਂ 1 ਮਹੀਨੇ ਬਾਅਦ, ਮੰਨ ਕੇ ਚਲੋ ਵੈਸੇ 3 ਮਹੀਨੇ ਹੁੰਦੇ ਨੇ, 1 ਮਹੀਨੇ ਬਾਅਦ 1 ਮਈ ਆ ਗਈ। 1 ਮਈ ਨੂੰ ਉਹਨੇ ਪੇ ਕਰਨਾ ਨੇ, ਬਟ ਉਹ 3 ਦਿਨ ਦੀ ਗ੍ਰੇਸ ਵੀ ਦੇਗਾ, ਯਾਨੀ ਕਿ ਐਕਚੁਅਲ 'ਚ 4 ਮਈ ਨੂੰ ਪੇ ਕਰੇਗਾ। ਇਹ B ਪੇ ਕਰੇਗਾ ਇਹਨੂੰ, ਕਿਉਂਕਿ ਇਹ B ਖਰੀਦਣਦਾਰ ਹੈ, ਇਹ ਵੇਚਣਦਾਰ ਹੈ, ਠੀਕ ਹੈ। ਤਾਂ ਜਦੋਂ ਆਪਾਂ ਕਰੇਗਾ ਤਾਂ ਇਸ ਵਿੱਚ 3 ਦਿਨ ਦੀ ਗ੍ਰੇਸ ਮਿਲੇਗੀ। ਬਿੱਲ ਆਫਟਰ ਸਾਈਡ ਦਾ ਮਤਲਬ ਹੋ ਗਿਆ ਜਦੋਂ B ਨੇ ਬਿੱਲ ਐਕਸੈਪਟ ਕੀਤਾ। B ਬਿੱਲ 1 ਤਰੀਕ ਨੂੰ ਵੀ ਐਕਸੈਪਟ ਕਰ ਸਕਦਾ, 1 ਮਈ ਨੂੰ ਵੀ ਕਰ ਸਕਦਾ, ਜਾਂ 2 ਮਈ ਨੂੰ ਵੀ ਕਰ ਸਕਦਾ, ਠੀਕ ਹੈ। ਉਹ ਜ਼ਰੂਰੀ ਨਹੀਂ ਹੈ ਉਸੇ ਡੇਟ ਨੂੰ ਕਰੇਗਾ ਜਿਸ ਦਿਨ ਉਹਨੇ ਐਕਸੈਪਟ ਕੀਤਾ, ਮਤਲਬ ਉਹਨੇ ਸਿਗਨੇਚਰ ਕੀਤੇ। ਐਕਸੈਪਟੈਂਸ ਦਾ ਮਤਲਬ ਉਹਨੇ ਸਿਗਨੇਚਰ ਕੀਤਾ ਇਹਦੇ ਬਿੱਲ ਦੇ ਉੱਪਰ, ਉਹਨੇ ਸਿਗਨੇਚਰ ਕੀਤੇ। ਤਾਂ ਸਿਗਨੇਚਰ ਕਰਨ ਤੋਂ ਬਾਅਦ ਸਪੋਜ਼ ਕਰੋ 2 ਅਪ੍ਰੈਲ ਨੂੰ ਉਹਨੇ ਸਿਗਨੇਚਰ ਕੀਤੇ। 2 ਅਪ੍ਰੈਲ ਨੂੰ ਉਹਨੇ ਸਿਗਨੇਚਰ ਕੀਤੇ, 1 ਅਪ੍ਰੈਲ ਉਹਨੇ ਭੇਜਿਆ ਸੀ, ਮੈਂ ਉਹਨੇ 2 ਅਪ੍ਰੈਲ ਨੂੰ ਸਿਗਨੇਚਰ ਕੀਤੇ। 2 ਅਪ੍ਰੈਲ ਸਿਗਨੇਚਰ ਕੀਤੇ, 1 ਮਹੀਨਾ ਹੋਏਗਾ 2 ਮਈ ਨੂੰ, 2 ਮਈ ਨੂੰ ਪੂਰਾ ਹੋ ਗਿਆ ਤਾਂ ਉੱਪਰ 3 ਦਿਨ ਦੀ ਗ੍ਰੇਸ ਮਿਲ ਗਈ। ਤਾਂ ਐਕਚੁਅਲ 'ਚੋਂ 5 ਤਰੀਕ ਪੇ ਕਰੇਗਾ ਪੇਮੈਂਟ, 5 ਮਈ ਨੂੰ ਪੇ ਕਰੇਗਾ ਪੇਮੈਂਟ, ਠੀਕ ਹੈ। ਠੀਕ ਹੈ, ਇਹ ਡਰੋਰ ਨਾਲ ਰਿਲੇਟਿਡ ਹੈ, ਬਿੱਲ ਆਫਟਰ ਡੇਟ, ਠੀਕ ਹੈ। ਇਹ ਡਰੋਇੰਗ ਨਾਲ ਰਿਲੇਟਿਡ ਹੈ, ਠੀਕ ਹੈ ਫਰੈਂਡਸ। ਤਾਂ ਅੱਗੋਂ ਇੱਕ ਹੈਗਾ ਅਕੋਮੋਡੇਸ਼ਨ ਬਿੱਲ। ਦੋ ਤਰ੍ਹਾਂ ਦੀ ਗੱਲ ਕੀਤੀ ਸੀ, ਇੱਕ ਟਰੇਡ ਬਿੱਲ, ਅਕੋਮੋਡੇਸ਼ਨ ਬਿੱਲ। ਅਕੋਮੋਡੇਸ਼ਨ ਕੁਛ ਨਹੀਂ ਹੈ, ਇਸ ਵਿੱਚ ਸਿਰਫ ਸਿੰਪਲ ਟਰਮ ਹੈ ਕਿ A ਹੁੰਦਾ, ਇੱਕ B ਹੁੰਦਾ। A ਨੂੰ ਪੈਸੇ ਦੀ ਲੋੜ ਹੈ, B ਕਹਿੰਦਾ ਮੈਂ ਤੇਰੀ ਮਦਦ ਕਰ ਦਿੰਦਾ। B ਇੱਕ ਫੋਰਮੈਲਿਟੀ ਚੱਕੇਗਾ, ਉਹ ਕੀ ਕਰੇਗਾ, ਇਹ ਕੀ ਕਰੇਗਾ, ਇੱਕ ਬਿੱਲ ਕ੍ਰੀਏਟ ਕਰੇਗਾ। ਬਿੱਲ ਕ੍ਰੀਏਟ ਕਰੇਗਾ B ਦੇ ਨਾਮ 'ਤੇ, ਇੱਕ ਸਪੈਸੀਫਾਈਡ ਡੇਟ ਰੱਖ ਦੇਗਾ ਕਿ ਤੂੰ ਬਿੱਲ ਮੈਨੂੰ ਪੈਸੇ ਪੇ ਕਰਨੀ। B ਨੇ ਐਕਚੁਅਲੀ ਮਦਦ ਹੀ ਕਰਨੀ ਹੁੰਦੀ ਹੈ। ਇਹ ਕੀ ਕਰੇਗਾ, ਰਸਤੇ ਵਿੱਚ ਹੀ ਨਾ, ਮਤਲਬ ਕਹਿਣ ਦਾ ਭਾਵ ਕਿ ਪੇਮੈਂਟ ਉਹ ਡਿਊ ਡੇਟ ਤੋਂ ਪਹਿਲਾਂ ਹੀ ਡਿਸਕਾਊਂਟ ਕਰਾ ਲਏਗਾ ਬੈਂਕ ਤੋਂ। ਬੈਂਕ ਨੂੰ ਪੈਸਾ ਦੇ ਦੇਗਾ, ਬੈਂਕ ਕਹੇਗਾ ਚੱਲ ਮੈਂ B ਤੋਂ ਉਸ ਡੇਟ 'ਤੇ ਆਪੇ ਹੀ ਪੈਸਾ ਲੈ ਲਾਂਗਾ, ਠੀਕ ਹੈ। ਇਹ ਹੌਲੀ ਹੌਲੀ ਉਹ ਪੈਸਾ ਯੂਜ਼ ਕਰੀ ਜਾਏਗਾ ਅਤੇ ਇੰਨਾ ਟਾਈਮ ਹੁੰਦਾ, 3 ਮਹੀਨੇ ਹੁੰਦੇ ਆ, ਉਹ ਤਾਂ ਉਹਨੂੰ ਉਸ ਵਕਤ ਚਾਹੀਦੇ ਹੁੰਦੇ ਆ ਪੈਸੇ, ਤਾਂ ਉਹ ਇਹ ਅਕੋਮੋਡੇਸ਼ਨ ਬਿੱਲ ਲੈਂਦਾ, ਇੱਕ ਤਰ੍ਹਾਂ ਦਾ ਕ੍ਰੀਏਟ ਕਰਦਾ।
ਇੱਕ ਮਹੀਨਾ ਜਦੋਂ ਪੂਰਾ ਹੋ ਜਾਂਦਾ ਉਸ ਕੋਲ ਦੁਬਾਰਾ ਕੋਈ ਰਿਕੁਆਇਰਮੈਂਟ ਨਹੀਂ ਹੁੰਦੀ ਤਾਂ ਉਸ ਕੋਲ ਪੈਸੇ ਆ ਜਾਂਦੇ ਨੇ ਵਾਪਸ, ਠੀਕ ਹੈ ਨਾ। ਉਹ ਹੌਲੀ ਹੌਲੀ ਕਰਕੇ ਬੀ ਨੂੰ ਪੇ ਕਰ ਦਿੰਦਾ, 3 ਮਹੀਨੇ ਤੋਂ ਪਹਿਲਾਂ ਹੀ ਪੇ ਕਰ ਦਿੰਦਾ, ਠੀਕ ਹੈ। 3 ਮਹੀਨੇ ਤੋਂ ਪਹਿਲੇ ਹੀ ਪੇ ਕਰ ਦਿੰਦਾ। ਜਦੋਂ 3 ਮਹੀਨੇ ਤੋਂ ਪਹਿਲਾਂ ਹੀ ਉਸ ਨੂੰ ਪੇ ਕਰ ਦਿੰਦਾ ਤਾਂ ਐਕਚੁਅਲ 'ਚ 3 ਮਹੀਨੇ ਤੋਂ ਪਹਿਲਾਂ ਹੀ ਉਸ ਨੂੰ ਪੇ ਕਰ ਦਿੰਦਾ। ਤਾਂ ਇਸ ਵਿੱਚ ਜਦੋਂ ਡੇਟ ਆਉਂਦੀ ਹੈ, ਬੈਂਕ ਦੀ ਡੇਟ ਆਉਂਦੀ ਹੈ, ਤਾਂ ਬੀ ਜਿਹੜਾ ਇਹ ਬੈਂਕ ਨੂੰ ਪੈਸੇ ਵਾਪਸ ਕਰ ਦਿੰਦਾ, ਠੀਕ ਹੈ। ਬੈਂਕ ਨੂੰ ਪੈਸੇ ਵਾਪਸ ਕਰ ਦਿੰਦਾ। ਤਾਂ ਇਸ ਨੂੰ ਇੱਕ ਤਰ੍ਹਾਂ ਦਾ ਅਕੋਮੋਡੇਸ਼ਨ ਬਿੱਲ ਕਹਾਂਗੇ ਕਿ ਦੋ ਪਾਰਟੀਆਂ ਇੱਕ ਨੇ ਇੱਕ ਨੂੰ ਮਦਦ ਕਰਨੀ, ਉਸ ਦੇ ਲਈ ਇੱਕ ਅਕੋਮੋਡੇਸ਼ਨ ਬਿੱਲ ਤਿਆਰ ਕੀਤਾ ਜਾਂਦਾ ਬਸ। ਤਾਂ ਇਹ ਪਹਿਲੇ ਡਿਸਕਾਊਂਟ ਕਰਾ ਲਏਗਾ ਬਿੱਲ, ਇਹਨੂੰ ਪੈਸੇ ਮਿਲ ਜਾਣਗੇ ਉਸ ਵੇਲੇ, ਤਾਂ ਬਾਅਦ 'ਚ ਜੋ ਹੌਲੀ ਹੌਲੀ ਉਸਦੇ ਪੈਸੇ ਦੇ ਦੇਗਾ, ਤਾਂ ਬੀ ਬਾਅਦ 'ਚ ਇਹੀ ਪੈਸੇ ਚੱਕ ਕੇ ਇਹ ਬੈਂਕ ਨੂੰ ਵਾਪਸ ਕਰ ਦੇਗਾ। ਤਾਂ ਸਿਰਫ ਇੱਕ ਤਰ੍ਹਾਂ ਦਾ ਘੁਮਾਉਣ ਵਾਲੀ ਗੱਲ ਹੁੰਦੀ ਹੈ ਬਸ, ਉਸ ਨੂੰ ਕਹਿੰਦੇ ਅਕੋਮੋਡੇਸ਼ਨ ਬਿੱਲ। ਦੋ ਚੀਜ਼ਾਂ ਧਿਆਨ ਰੱਖਣ ਵਾਲੀ ਗੱਲ ਹੈ, ਜੇ ਕਿਤੇ ਨੈਸ਼ਨਲ ਹੋਲੀਡੇ ਹੋ ਜਾਵੇ ਤਾਂ ਜਦੋਂ ਜਿਹੜੀ ਡਿਊ ਡੇਟ ਹੋਏਗੀ, ਸਪੋਜ਼ ਫਿਰ 15 ਅਗਸਤ ਹੈ, 15 ਅਗਸਤ ਡਿਊ ਡੇਟ ਬਣਦੀ ਸੀ, ਠੀਕ ਹੈ। 15 ਅਗਸਤ ਡਿਊ ਡੇਟ ਬਣਦੀ ਸੀ, ਬੀ ਨੇ ਪੈਸੇ ਪੇ ਕਰਨੇ ਸੀ ਏ ਨੂੰ, ਬਟ ਨੈਸ਼ਨਲ ਹੋਲੀਡੇ ਹੋਣ ਕਰਕੇ ਉਹ 14 ਅਗਸਤ ਪੇ ਕਰੇਗਾ, ਕਿਉਂਕਿ ਉਹਦਾ ਲਿਖਿਆ ਡੇ ਬਿਫੋਰ ਡਿਊ ਡੇਟ, ਤਾਂ ਉਹ 14 ਅਗਸਤ ਨੂੰ ਪੇ ਕਰੇਗਾ। ਇੱਕ ਹੁੰਦਾ ਪ੍ਰੋਮਿਸਰੀ ਨੋਟ, ਉਹ ਹੁੰਦਾ ਉਹ ਵੀ ਅਨਕੰਡੀਸ਼ਨਲ ਹੁੰਦਾ ਸੀ, ਬਿੱਲ ਐਕਸਚੇਂਜ ਹੁੰਦਾ ਸੀ, ਮਗਰ ਇਹ ਪ੍ਰੋਮਿਸ ਟੂ ਪੇ ਕਰੇਗਾ। ਪ੍ਰੋਮਿਸ ਮਤਲਬ ਕਿ ਜਿਹੜਾ ਬੰਦਾ ਪ੍ਰੋਮਿਸ ਕਰ ਰਿਹਾ ਕਿ ਮੈਂ ਇੰਨੀ ਅਮਾਊਂਟ ਨੂੰ ਇੰਨੀ ਤਰੀਕ ਨੂੰ ਮੈਂ ਤੁਹਾਨੂੰ ਪੇ ਕਰ ਦਾਂਗਾ, ਠੀਕ ਹੈ, ਮੈਂ ਪੇ ਕਰ ਦਾਂਗਾ। ਇਹ ਕੋਈ ਅਸੈਪਟੈਂਸ ਦੀ ਲੋੜ ਨਹੀਂ ਹੁੰਦੀ, ਸਿਰਫ ਇੱਕ ਨੋਟ ਹੁੰਦਾ ਹੈ ਪ੍ਰੋਮਿਸਰੀ ਨੋਟ। ਬਿੱਲ ਐਕਸਚੇਂਜ ਅਤੇ ਪ੍ਰੋਮਿਸਰੀ ਨੋਟ 'ਚ ਇਹ ਫਰਕ ਹੈ ਕਿ ਬਿੱਲ ਐਕਸਚੇਂਜ 'ਚ ਅਸੈਪਟੈਂਸ ਦੀ ਜ਼ਰੂਰਤ ਹੁੰਦੀ ਹੈ, ਮਗਰ ਇਸ ਵਿੱਚ ਕੋਈ ਅਸੈਪਟੈਂਸ ਦੀ ਜ਼ਰੂਰਤ ਨਹੀਂ ਹੁੰਦੀ। ਇਸ ਸਿਰਫ ਇੱਕ ਪ੍ਰੋਮਿਸ ਕੀਤਾ ਜਾਂਦਾ ਹੈ ਕਿ ਮੈਂ ਇਸ ਤਰੀਕ ਨੂੰ ਤੁਹਾਨੂੰ ਪੇਮੈਂਟ ਕਰ ਦਾਂਗਾ, ਸਿਰਫ ਸਿੰਪਲ ਦੀ ਗੱਲ ਹੈ। ਇਸ 'ਚ ਮੇਕਰ ਹੁੰਦਾ, ਪ੍ਰੋਮਿਸ ਹੁੰਦਾ, ਪੇਈ ਹੁੰਦਾ। ਅੱਗੇ ਆਪਾਂ ਅਕਾਊਂਟਿੰਗ ਟਰੀਟਮੈਂਟਸ ਦੇਖਾਂਗੇ। ਅਕਾਊਂਟਿੰਗ ਟਰੀਟਮੈਂਟਸ ਦੇਖਣ ਤੋਂ ਪਹਿਲਾਂ ਆਪਾਂ ਬਿੱਲ ਐਕਸਚੇਂਜ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੋਲ 4 ਤਰੀਕੇ ਦੀ ਗੱਲ ਕਰਾਂਗਾ, ਠੀਕ ਹੈ। ਇੱਕ ਵਾਰ ਜੋ ਇੱਕ ਐਗਜ਼ਾਮਪਲ ਮੈਂ ਪਿੱਛੇ ਕਰ ਚੁੱਕਾ, ਇੱਕ ਵਾਰੀ ਮੈਂ ਉਹ ਦੁਬਾਰਾ ਕਰਨਾ ਚਾਹਾਂਗਾ, ਕਿਉਂਕਿ ਆਪਾਂ ਨੇ ਸਾਰਾ ਕਰਨਾ ਅੱਜ, ਤਾਂ ਇੱਕ ਵਾਰੀ ਉਹਦਾ ਵੀ ਨਾਲ ਹੀ ਆਪਾਂ ਨੂੰ ਐਗਜ਼ਾਮਪਲ ਲੈਣੀ ਪੈਣੀ ਹੈ। ਪਹਿਲਾ ਹੈਗਾ ਰਿਟੇਨ ਬਾਏ ਦਾ ਓਨਰ ਇਨ ਟਿਲ ਦਾ ਡੇਟ ਆਫ ਦੀ ਮੈਜੋਰਟੀ। ਜਦੋਂ ਮੈਜੋਰਟੀ ਆ ਜਾਂਦੀ ਹੈ ਤਾਂ ਉਦੋਂ ਜਿਹੜਾ ਏ ਹੈ ਬੀ ਤੋਂ ਪੈਸੇ ਲੈਣਾ ਚਾਹੁੰਦਾ, ਜਦੋਂ ਬੀ ਤੋਂ ਪੈਸੇ ਲਏਗਾ ਡਿਊ ਡੇਟ 'ਤੇ, ਤਾਂ ਉਦੋਂ ਕਿਹੜੀ ਐਂਟਰੀ ਹੋਏਗੀ। ਪਹਿਲੇ ਤਾਂ ਉਹਨੇ 1/4 ਨੂੰ ਟ੍ਰਾਂਜੈਕਸ਼ਨ ਹੋਈ, ਸੇਲ ਕੀਤੀ ਏ ਨੇ ਬੀ ਨੂੰ, ਤਾਂ ਬੀ ਏ ਕੀ ਐਂਟਰੀ ਕਰੇਗਾ, ਜਦ ਹਲੇ ਕੈਸ਼ ਨਹੀਂ ਆਇਆ ਤਾਂ ਪਾਰਟੀ ਦਾ ਨਾਮ ਆ ਜਾਏਗਾ, ਪਾਰਟੀ ਦਾ ਨਾਮ ਆ ਗਿਆ ਬੀ ਅਕਾਊਂਟ ਡੈਬਿਟ ਟੂ ਸੇਲ ਅਕਾਊਂਟ। ਇਹਨੇ 10,000 ਦੀ ਸੇਲ ਕੀਤੀ ਹੈ, ਤਾਂ ਬੀ ਨੇ ਪਰਚੇਸ ਕੀਤੀ ਹੈ, ਹਲੇ ਕੈਸ਼ ਨਹੀਂ ਦਿੱਤਾ ਕਿਉਂਕਿ ਉਹ ਮੈਜੋਰਟੀ ਡੇਟ 'ਤੇ ਦੇਗਾ, ਅਤੇ ਇਹ ਅਕਾਊਂਟ ਡੈਬਿਟ ਤਾਂ 10,000 ਹੋ ਜਾਏਗਾ, ਠੀਕ ਹੈ। ਉਸ ਤੋਂ ਬਾਅਦ ਇਹ ਹਲੇ ਪਹਿਲੀ ਐਂਟਰੀ ਹੋਈ ਹੈ, ਠੀਕ ਹੈ, ਪਹਿਲੀ ਐਂਟਰੀ ਹੋਈ ਹੈ, ਤਾਂ ਇਹਦਾ ਬਿੱਲ ਜਾਏਗਾ ਬੀ ਕੋਲ। ਐਕਚੁਅਲ 'ਚ ਉਹ ਬਿੱਲ ਜਾਏਗਾ ਤਾਂ ਬਿੱਲ ਅਸੈਪਟ ਕਰੇਗਾ, ਬਿੱਲ ਸਿਗਨੇਚਰ ਕਰੇਗਾ। ਜਦੋਂ ਸਿਗਨੇਚਰ ਕਰੇਗਾ ਤਾਂ ਸਿਗਨੇਚਰ ਕਰਕੇ ਉਹ ਏ ਐਂਟਰੀ ਪਾਏਗਾ, ਇਹ ਅਕਾਊਂਟ ਡੈਬਿਟ 10,000, ਬਿੱਲ ਪੇਬਲ, ਉਹਨੇ ਬਿੱਲ ਪੇਬਲ ਸਾਈਨ ਕਰਕੇ ਉਹਨੂੰ ਭੇਜਤਾ, ਕੀ ਨਾਮ ਹੈ, ਏ ਕੋਲ ਭੇਜਤਾ, ਠੀਕ ਹੈ। ਜਿਸ ਨੂੰ ਭੇਜਿਆ ਉਸਦਾ ਨਾਮ ਉੱਪਰ ਆ ਗਿਆ, ਏ ਅਕਾਊਂਟ ਡੈਬਿਟ, ਠੀਕ ਹੈ। ਜਿਹੜਾ ਰਿਸੀਵ ਕਰੇਗਾ ਅਤੇ ਪੇਮੈਂਟ ਕਰੇਗਾ, ਬਿੱਲ ਪੇਬਲ ਕਰੇਗਾ, 10,000 ਦੀ ਗੱਲ ਆ ਜਾਏਗੀ, ਕਿਉਂਕਿ ਉਰੇ ਆਪਾਂ ਉਹ ਡਾਕੂਮੈਂਟ ਸਾਈਨ ਕਰਕੇ ਵਾਪਸ ਭੇਜ ਰਹੇ ਹਾਂ, ਅਤੇ ਉਰੇ ਕੀ ਉਹ ਐਂਟਰੀ ਹੋਏਗੀ, ਇਸ ਕੋਲ ਬਿੱਲ ਆ ਜਾਏਗਾ, ਇਹਦੇ ਲਈ ਬਿੱਲ ਰਿਸੀਵੇਬਲ ਹੈ ਅਤੇ ਇਹਦੇ ਲਈ ਬਿੱਲ ਪੇਏਬਲ ਹੈ। ਇਹ ਬਿੱਲ ਰਿਸੀਵੇਬਲ ਕਾਊਂਟ ਕਰੇਗਾ, ਕਿਸ ਤੋਂ ਆਇਆ, ਉਸ ਨੂੰ ਬੀ ਤੋਂ ਆਇਆ, ਬਸ ਇਹ ਐਂਟਰੀ ਕਰੇਗਾ, ਠੀਕ ਹੈ। ਹੁਣ ਆ ਗਈ ਮੈਜੋਰਟੀ ਡੇਟ ਦੀ। ਜਦੋਂ ਮੈਜੋਰਟੀ ਡੇਟ ਆਈ ਤਾਂ ਤੁਹਾਨੂੰ ਮੈਂ ਦੱਸਿਆ ਸੀ 3 ਦਿਨ ਗਰੇਸ ਦੇ ਹੋ ਗਏ, 1/4 ਨੂੰ ਹੋਇਆ ਤਾਂ 3 ਮਹੀਨੇ ਲਾਓ ਤੁਸੀਂ, 4, 5, 7, 1/7 ਨੂੰ ਹੋਣਾ ਚਾਹੀਦਾ ਸੀ, ਮਗਰ ਉਹਨੂੰ 3 ਦਿਨ ਦੀ ਗਰੇਸ ਮਿਲ ਗਈ, ਤਾਂ 3 ਦਿਨ ਦੀ ਗਰੇਸ 'ਤੇ ਉਹਨੂੰ ਪੈਸੇ ਮਿਲ ਜਾਣਗੇ, ਏ ਨੂੰ ਪੈਸੇ ਮਿਲ ਜਾਣਗੇ, ਕੈਸ਼ ਅਕਾਊਂਟ ਡੈਬਿਟ ਟੂ ਬਿੱਲ ਰਿਸੀਵੇਬਲ। ਬਿੱਲ ਰਿਸੀਵੇਬਲ ਮਿਲਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸ ਦੇਵਾਂ ਕਿ ਬਿੱਲ ਪੇਬਲ ਕੋਲ ਜਾਏਗਾ, ਪਹਿਲੇ ਉਹ ਕਹੇਗਾ ਮੈਂ ਜਿਹੜੇ ਤੈਨੂੰ ਸਾਈਨ ਕਰਕੇ ਦਿੱਤਾ ਉਹ ਮੈਨੂੰ ਬਿੱਲ ਵਾਪਸ ਤਾਂ ਕਰ, ਤਾਂ ਹੀ ਮੈਂ ਕੈਸ਼ ਪੇ ਕਰਾਂਗਾ, ਮੇਰੇ ਕੋਲ ਤਾਂ ਐਵੀਡੈਂਸ ਹੋਣਾ ਚਾਹੀਦਾ। ਉਸ ਕੋਲ ਬਿੱਲ ਪੇਬਲ ਆ ਜਾਏਗਾ 10,000 ਦਾ, ਅਤੇ ਕੈਸ਼ ਪੇ ਕਰ ਦੇਗਾ, ਠੀਕ ਹੈ। ਅਤੇ ਇਸ ਕੋਲ ਕੈਸ਼ ਆ ਜਾਏਗਾ, ਇਹਨੇ ਬਿੱਲ ਰਿਸੀਵੇਬਲ ਇਹਨੇ ਪੇ ਕਰਤਾ। ਇਹਦੇ ਲਈ ਰਿਸੀਵੇਬਲ ਹੈ ਏ ਲਈ, ਅਤੇ ਬੀ ਲਈ ਪੇਏਬਲ ਹੈ। ਇਹ ਥੋੜ੍ਹਾ ਮੈਂ ਤਾਂ ਦੱਸਿਆ ਕਿਉਂਕਿ ਮੈਂ ਪਿਛਲੇ ਲੈਕਚਰ 'ਚ ਕਲੀਅਰ ਕਰ ਚੁੱਕਾ। ਮੈਂ ਇਸ ਲੈਕਚਰ ਤਾਂ ਲਿੱਤਾ ਕਿਉਂਕਿ ਮੈਂ ਸਾਰੀ ਟਰਮ ਸਮਝਾਉਣੀ ਹੈ, ਤਾਂ ਮੈਂ ਸ਼ੁਰੂਆਤ ਤੋਂ ਥੋੜ੍ਹਾ ਜਿਹਾ ਮੈਂ ਇੱਕ ਐਗਜ਼ਾਮਪਲ ਨਹੀਂ ਦੇ ਤਾਂ ਕਿ ਸਟਾਰਟ ਹੋ ਜਾਵੇ, ਮਤਲਬ ਕਿ ਐਕਚੁਅਲ 'ਚ ਤੁਹਾਨੂੰ ਸਮਝ ਆਉਣਾ ਲੱਗ ਜਾਵੇ। ਜੇ ਮੈਂ ਤੁਹਾਨੂੰ ਸਿੱਧਾ ਸੈਕਿੰਡ 'ਤੇ ਲਿਆ ਫਿਰ ਤੁਹਾਨੂੰ ਨਹੀਂ ਪਤਾ ਲੱਗਣਾ। ਇਹ ਇੱਕ ਹੋਵੇਗੀ ਸਿੰਪਲ ਟਰਮ ਕਿ ਇਹ ਇਸ ਵਿੱਚ ਸਿੱਧਾ ਹੀ ਸਿਰਫ ਪਾਰਟੀ ਏ ਮਿਲ ਰਹੀ ਹੈ ਅਤੇ ਬੀ ਮਿਲ ਰਹੀ ਹੈ, ਕੋਈ ਕੰਡੀਸ਼ਨ ਨਹੀਂ ਹੋ ਰਹੀ, ਕੋਈ ਐਸੀ ਹੈਪਨ ਕੁਛ ਵੀ ਨਹੀਂ ਹੋਇਆ, ਕੋਈ ਦੁਰਘਟਨਾ ਨਹੀਂ ਹੋਈ, ਕੋਈ ਕੁਛ ਨਹੀਂ ਹੋਇਆ, ਸਿੰਪਲ ਜਿਹਾ ਟਰਮ ਹੋਇਆ। ਏ ਨੇ ਟਾਈਮ 'ਤੇ ਆ ਕੇ ਬੀ ਤੋਂ ਪੈਸੇ ਲੈ ਲਏ, ਬੀ ਨੇ ਏ ਨੂੰ ਪੈਸੇ ਪੇ ਕਰਤੇ। ਤਾਂ ਦੂਜਾ
ਦੂਜਾ ਹੋ ਗਿਆ, ਹੁਣ ਤੁਸੀਂ ਧਿਆਨ ਨਾਲ ਦੇਖਿਓ, ਬਿੱਲ ਡਿਸਕਾਊਂਟ ਹੋ ਗਿਆ। ਮੈਂ ਪਿੱਛੇ ਤੁਹਾਨੂੰ ਡੈਫੀਨੇਸ਼ਨ ਵੀ ਪੜ੍ਹਾਈ ਸੀ, ਬਟ ਇਸ ਵਿੱਚ ਬਿੱਲ ਡਿਸਕਾਊਂਟ ਹੋ ਗਿਆ। ਜਦੋਂ ਬਿੱਲ ਡਿਸਕਾਊਂਟ ਹੋ ਗਿਆ, ਬਾਈ ਡਰੋ ਫਰੋਮ ਦੀ ਬੈਂਕ ਬਿਫੋਰ ਦਾ ਮੈਜੋਰਟੀ ਡੇਟ, ਇਸਦਾ ਮਤਲਬ ਇਹ ਹੋਇਆ ਕਿ ਇਹਨੂੰ ਪੈਸੇ ਜਲਦੀ ਚਾਹੀਦੇ ਨੇ, ਬਟ ਬੀ ਤੋਂ ਹਲੇ ਲੈ ਨਹੀਂ ਸਕਦਾ ਕਿਉਂਕਿ ਉਹ ਮੈਜੋਰਟੀ ਡੇਟ 'ਤੇ ਹੀ ਲਏਗਾ। ਤਾਂ ਇਹਨੂੰ ਪੈਸੇ ਚਾਹੀਦੇ ਨੇ, ਬੈਂਕ ਕਹਿੰਦਾ ਹੈ ਕਿ ਮੈਂ ਤੈਨੂੰ ਪੈਸੇ ਦੇਵਾਂਗਾ, ਮੈਂ ਤੇਰੇ ਪੈਸੇ ਲਵਾਂਗਾ, ਮੈਂ ਜਿਹੜਾ ਬੀ ਤੋਂ ਮੈਂ ਆਪੇ ਪੈਸੇ ਲੈ ਲਾਂਗਾ, ਮਤਲਬ ਮੈਂ ਬੀ ਤੋਂ ਆਪੇ ਪੈਸੇ, ਤੂੰ ਮੇਰੇ ਤੋਂ ਹੁਣੀ ਪੈਸੇ ਫੜ। ਅਤੇ ਡਿਸਕਾਊਂਟਡ ਮਤਲਬ ਹੋ ਗਿਆ ਕਿ ਉਹ ਪੂਰੇ ਜਿੰਨੇ ਪੈਸੇ ਸਪੋਜ਼ ਕਰੋ 10,000 ਰੁਪਇਆ ਸੀ, ਠੀਕ ਹੈ, ਤਾਂ 10,000 ਰੁਪਇਆ ਸੀ ਤਾਂ ਉਹ 9,000 ਦੇਗਾ, 1,000 ਰੁਪਇਆ ਆਪਣਾ ਕੱਟ ਲਏਗਾ, ਮਤਲਬ ਜਿੰਨੇ ਵੀ ਉਹਦਾ ਇੰਟਰਸਟ ਚਾਰਜਿਸ ਬਣਨਗੇ ਉਹ ਇੰਨੇ ਕੱਟ ਲਏਗਾ ਪੈਸੇ, ਬੈਂਕ ਕੱਟ ਲਏਗਾ। ਬੈਂਕ ਦੀ ਇੱਕ ਇਨਕਮ ਹੋ ਗਈ ਤਾਂ ਉਹ ਅੱਗੋਂ ਜਦੋਂ ਮੈਜੋਰਟੀ ਡੇਟ ਆਏਗੀ ਉਹ ਸੀ ਤੋਂ ਤਾਂ ਬੀ ਤੋਂ ਪੂਰੇ ਪੈਸੇ ਲਏਗਾ, ਬੀ ਤੋਂ ਘੱਟ ਨਹੀਂ ਲਏਗਾ। ਇਹਨੂੰ ਉਹਨੇ ਘੱਟ ਦਿੱਤੇ ਆ, ਮਗਰ ਬੀ ਤੋਂ ਪੂਰੇ ਪੈਸੇ ਲਏਗਾ, ਠੀਕ ਹੈ, ਕਿਉਂਕਿ ਉਹਨੇ ਘੱਟ ਪੈਸੇ ਦਿੱਤੇ ਆ ਤਾਂ ਇਹ ਉਹਨੂੰ ਪੈਸੇ ਦੇ ਦੇਗਾ, ਠੀਕ ਹੈ। ਤਾਂ ਉਹੀ ਐਂਟਰੀ ਆਪਾਂ ਅੱਜ ਦੇਖਾਂਗੇ ਕਿ ਉਹਨੂੰ ਐਕਚੁਅਲ 'ਚ ਆਪਾਂ ਜਨਰਲ ਐਂਟਰੀ ਉਹਦੀ ਕਿਵੇਂ ਪਏਗੀ। ਜਦੋਂ ਡਿਸਕਾਊਂਟਡ ਹੁੰਦਾ ਬਿੱਲ, ਇਹ ਡਿਸਕਾਊਂਟ ਕਰਾਉਂਦਾ ਬੈਂਕ ਤੋਂ ਜਲਦੀ ਪੈਸੇ ਲੈ ਲੈਂਦਾ, ਅਤੇ ਬੀ ਤੋਂ ਜਿਹੜਾ ਬੈਂਕ ਹੈ ਉਹ ਮੈਜੋਰਟੀ ਡੇਟ 'ਤੇ ਲੈਂਦਾ। ਅਸੀਂ ਦੇਖਦੇ ਹਾਂ ਆਪਾਂ ਨੂੰ ਪਹਿਲੀ ਐਂਟਰੀ ਹੈ, ਪਹਿਲੀਆਂ ਦੋ ਐਂਟਰੀਆਂ ਸੇਮ ਹੋਣਗੀਆਂ, ਉਹ ਮੈਂ ਨਾਲ ਨਹੀਂ ਲੈ ਕੇ ਚਾਹ ਰਿਹਾ, ਮੈਂ ਐਕਚੁਅਲ ਜਿਹੜੀ ਐਂਟਰੀ ਦੇਖਾਂ ਮੈਂ ਉਹੀ ਦੇਖਾਂਗਾ। ਪਹਿਲੀਆਂ ਜਿਹੜੀਆਂ ਦੋ ਐਂਟਰੀਆਂ ਹੋਣਗੀਆਂ ਨਾ, ਪਹਿਲੀ ਐਂਟਰੀ ਤਾਂ ਸੇਮ ਹੈ, ਇਹ ਸੇਮ ਹੀ ਪਏਗੀ। ਦੂਜੀ ਐਂਟਰੀ ਜਿਹੜੀ ਹੈ ਉਹੀ ਐਂਟਰੀ ਕਿ ਜਿਹੜਾ ਤੁਹਾਨੂੰ ਮੈਂ ਦੱਸਿਆ ਸੀ ਕਿ ਜਿਹੜਾ ਉਰੇ ਆਪਾਂ ਦੋ ਬੰਦੇ ਲੈ ਕੇ ਚੱਲ ਰਹੇ, ਮੋਨੂ ਅਤੇ ਸੋਨੂ ਨੇ ਮਤਲਬ ਕਿ ਇਹ ਸੋਨੂ ਹੈ, ਇਹ ਮੋਨੂ ਹੈ, ਠੀਕ ਹੈ। ਇਹਨੇ ਪਹਿਲੀ ਐਂਟਰੀ ਸੇਮ ਸੀ, ਪਹਿਲੀ ਐਂਟਰੀ ਹੋ ਗਈ ਤਾਂ ਉਸ ਕੋਲ ਐਵੀਡੈਂਸ ਮਤਲਬ ਕਿ ਇਹਨੇ ਬਿੱਲ ਦੇਤਾ, ਸਾਈਨ ਕਰਕੇ ਦੇਤਾ, ਅਤੇ ਇਸ ਕੋਲ ਬਿੱਲ ਆ ਗਿਆ ਉਸੀ ਡੇਟ ਨੂੰ ਜਿਸ ਦਿਨ ਟ੍ਰਾਂਜੈਕਸ਼ਨ ਹੋਈ। ਅਤੇ ਇੱਕ ਫਿਰ ਡਿਊ ਡੇਟ ਬੰਨੀ ਗਈ, ਡਿਊ ਡੇਟ ਤੋਂ ਪਹਿਲਾਂ ਜਿਹੜਾ ਸੋਨੂ ਨੇ ਆਪਣੇ ਬੈਂਕ 'ਚੋਂ ਡਿਸਕਾਊਂਟ ਕਰਾ ਲਿਆ, ਇਹਨੂੰ ਪੈਸੇ ਮਿਲ ਗਏ, 1,000 ਰੁਪਇਆ ਮਿਲਣਾ, 1,000 ਰੁਪਏ ਦੀ ਗੱਲ ਹੋਈ ਸੀ ਦੋਨਾਂ ਪਾਰਟੀਆਂ ਵਿੱਚ, ਬਟ ਇਹ ਜਿਹੜਾ ਸੋਨੂ ਹੈ ਇਸਨੇ ਬੈਂਕ ਤੋਂ ਡਿਸਕਾਊਂਟ ਕਰਾ ਲਿਆ। ਜੇ ਇਹਨੇ ਬੈਂਕ ਤੋਂ ਡਿਸਕਾਊਂਟ ਕਰਾ ਲਿਆ ਤਾਂ ਸਪੋਜ਼ ਕਰੋ ਬੈਂਕ ਅਕਾਊਂਟ ਡੈਬਿਟ ਹੈ, ਬੈਂਕ ਤੋਂ ਉਹਨੇ 970 ਰੁਪਏ ਲਿੱਤੇ ਕਿਉਂਕਿ ਇਹ ਕੁਝ ਚਾਰਜਿਸ ਬਣ ਗਏ। ਸਪੋਜ਼ ਕਰੋ 12% ਚਾਰਜਿਸ ਸੀ, 12% ਚਾਰਜਿਸ ਸੀ, ਅਤੇ 3 ਮਹੀਨੇ ਦਾ ਬਿੱਲ ਹੁੰਦਾ, ਪੂਰੇ ਸਾਲ ਦੇ ਨਹੀਂ ਲਏਗਾ ਉਹ, 3 ਮਹੀਨੇ ਦੇ ਲਏਗਾ। 3 ਮਹੀਨੇ ਦੇ ਕਿੰਨੇ ਬਣੇ, 1,000, ਇਸ ਵਿੱਚੋਂ 12% ਅਤੇ 3 ਮਹੀਨੇ 30 ਰੁਪਏ ਬਣੇ, 30 ਰੁਪਏ ਬੈਂਕ ਕੱਟ ਲਏਗਾ ਆਪਣੇ। ਤਾਂ ਉਰੇ ਕੀ ਹੋਏਗਾ, ਬੈਂਕ ਇਸ ਕੋਲ ਸੋਨੂ ਕੋਲ ਕਿੰਨੇ ਪੈਸੇ ਆਉਣਗੇ, 970 ਰੁਪਏ ਆਉਣਗੇ, 30 ਰੁਪਏ ਦਾ ਡਿਸਕਾਊਂਟ ਦੇ ਪੈਸੇ ਕੱਟ ਲਏ, ਯਾਨੀ ਕਿ ਨੋਮੀਨਲ ਅਕਾਊਂਟ ਲੱਗ ਗਿਆ, ਡੈਬਿਟ ਔਰ ਐਕਸਪੈਂਸਿਸ। ਬੈਂਕ ਕੀ ਹੈ, ਰੀਅਲ ਅਕਾਊਂਟ, ਡੈਬਿਟ ਵਰਡਸ ਕਮਸ ਇਨ, ਠੀਕ ਹੈ। ਬੈਂਕ ਅਕਾਊਂਟ ਲੱਗ ਗਿਆ, ਨਹੀਂ ਉਰੇ ਜਿਹੜਾ ਬੈਂਕ ਹੈ ਨਾ, ਬੈਂਕ ਡੈਬਿਟ ਵਰਸ ਕਮਸ ਨਹੀਂ ਆਏਗਾ, ਉਰੇ ਆਏਗਾ ਡੈਬਿਟ ਦੀ ਰਿਸੀਵ, ਜਿਹੜਾ ਰਿਸੀਵ ਕਰ ਰਿਹਾ ਬੈਂਕ ਤੋਂ ਰਿਸੀਵ ਕਰ ਰਿਹਾ ਤਾਂ 970 ਰੁਪਏ ਉਰੇ ਆ ਜਾਏਗਾ, ਠੀਕ ਹੈ। ਟੂ ਬਿੱਲ ਰਿਸੀਵੇਬਲ 1,000 ਰੁਪਏ ਉਰੇ ਪੈ ਜਾਏਗਾ। ਮਤਲਬ ਕਿ ਜੇ ਤੁਹਾਨੂੰ ਮੈਂ ਕਲੀਅਰ ਸਮਝਾਵਾਂ ਕਿ ਦੋ ਪਾਰਟੀਆਂ ਦੀ ਗੱਲ ਸੀ, ਸੋਨੂ ਅਤੇ ਮੋਨੂ ਦੀ। ਸੋਨੂ ਨੇ ਪੈਸੇ ਲੈਣੇ ਸੀ ਮੋਨੂ ਤੋਂ, ਬਟ ਸੋਨੂ ਨੂੰ ਜਲਦੀ ਚਾਹੀਦੇ ਸੀ ਪੈਸੇ, ਤਾਂ ਉਹ ਕੀ ਕਰੇਗਾ, ਬੈਂਕ ਕੋਲ ਜਾਏਗਾ, ਬੈਂਕ ਨੂੰ ਕਹੇਗਾ ਤੂੰ ਮੈਨੂੰ ਪੈਸੇ ਦੇ ਦੇ, ਵੀ ਪੈਸੇ ਤੂੰ ਆਪੇ ਮੋਨੂ ਤੋਂ ਪੈਸੇ ਲੈ ਲਈ। ਉਹ ਕਹਿੰਦਾ ਚਲੋ ਠੀਕ ਹੈ, ਉਸ ਨੂੰ ਉਹ ਕਿਉਂ ਦੇਗਾ, ਪਹਿਲਾਂ ਉਹਦਾ ਬੈਂਕ ਦਾ ਵੀ ਤਾਂ ਕੋਈ ਮਤਲਬ ਕੋਈ ਨਾ ਕੋਈ ਉਹਦੀ ਵੀ ਚਾਹਤ ਹੋਏਗੀ, ਉਹ ਆਪਣੀ ਚਾਰਜਿਸ ਲਏਗਾ, ਉਹਨੇ 30 ਰੁਪਏ ਚਾਰਜਿਸ ਲੈ ਲਏ, ਇਹ ਚਾਰਜਿਸ ਇਵੇਂ ਕੈਲਕੂਲੇਟ ਹੋਏ, ਠੀਕ ਹੈ। ਤਾਂ ਐਂਟਰੀ ਕਿਵੇਂ ਕਰਾਂਗੇ, ਸਾਡੇ ਕੋਲ ਪੈਸੇ ਆਏ ਤਾਂ ਬੈਂਕ ਅਕਾਊਂਟ ਡੈਬਿਟ ਯਾਨੀ ਕਿ ਪਲੱਸ ਹੋਇਆ, ਕੈਸ਼ ਨਾਲ ਪਲੱਸ ਹੋ ਕੇ ਬੈਂਕ 'ਚ ਆਏ ਪੈਸੇ ਪਲੱਸ ਹੋਇਆ, ਤਾਂ ਆਪਾਂ ਡੈਬਿਟ ਕੀਤਾ, ਠੀਕ ਹੈ। ਡਿਸਕਾਊਂਟ ਖਰਚਾ ਡੈਬਿਟ ਕੀਤਾ ਕਿਉਂਕਿ ਡੈਬਿਟ ਔਰ ਐਕਸਪੈਂਸਿਸ ਟੂ ਬਿੱਲ ਰਿਸੀਵੇਬਲ, 1,000 ਰੁਪਇਆ ਆਪਾਂ ਨੇ ਬੈਂਕ ਨੂੰ ਬਿੱਲ ਦਾ ਦੇ ਤਾ ਆਪਾਂ ਨੇ, 1,000 ਰੁਪਏ ਕਿ 1,000 ਰੁਪਏ ਤੂੰ ਲੈ ਲੈ ਅਤੇ ਮੈਨੂੰ ਪੈਸੇ ਦੇ ਦੇ। ਇਹ ਬੈਂਕੋਂ ਚਲਾ ਗਿਆ ਬਿੱਲ ਬੈਂਕੋਂ ਚਲਾ ਗਿਆ। ਉਸ ਵਕਤ ਜਦ ਬੈਂਕੋਂ ਚਲਾ ਗਿਆ ਉਸ ਵੇਲੇ ਮੋਨੂ ਨੂੰ ਤਾਂ ਕੁਛ ਨਹੀਂ ਪਤਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਉਹ ਕੋਈ ਐਂਟਰੀ ਨਹੀਂ ਕਰੇਗਾ। ਜਦ ਡਿਊ ਡੇਟ ਆਏਗੀ, ਹੁਣ ਜੇ 15/9 ਸੀ, 2 ਮਹੀਨੇ ਦਾ ਟਾਈਮ ਸੀ, 9, 10, 11 ਨਹੀਂ 3 ਮਹੀਨੇ ਦਾ ਟਾਈਮ ਸੀ, 3 ਮਹੀਨੇ ਦਾ ਟਾਈਮ ਸੀ। ਜਦੋਂ 3 ਮਹੀਨੇ ਬਾਅਦ ਉੱਪਰਲੇ ਤੁਹਾਨੂੰ ਮੈਂ ਗ੍ਰੇਸ ਦੀ ਹੋ ਗਏ 18 ਨੂੰ ਕਿਉਂ ਲਿੱਤਾ ਆਪਾਂ ਨੇ, 3 ਦਿਨ ਗ੍ਰੇਸ ਦੇ। ਜਦੋਂ ਟਾਈਮ ਆਇਆ ਸੋਨੂ ਦਾ ਕੰਮ ਤਾਂ ਖਤਮ ਹੋ ਗਿਆ, ਸੋਨੂ ਤਾਂ ਐਕਚੁਅਲ 'ਚ ਪੈਸੇ ਮਿਲ ਚੁੱਕੇ ਬੈਂਕ ਤੋਂ, ਹੁਣ ਰਹਿ ਗਈ ਗੱਲ ਮੋਨੂ ਦੀ। ਮੋਨੂ ਪੇ ਕਰ ਦੇਗਾ, ਮੋਨੂ ਕੈਸ਼ 'ਚ ਪੇ ਕਰ ਦੇਗਾ ਬੈਂਕ ਨੂੰ ਪੇ ਕਰ ਦੇਗਾ ਪੈਸੇ, ਤਾਂ ਉਹ ਇਹ ਬਿੱਲ ਪੇਏਬਲ, ਠੀਕ ਹੈ। ਇਹ ਉਸ ਕੋਲ ਬੈਂਕ ਤੋਂ ਪੈਸੇ ਲੈ ਲਏਗਾ, ਬੈਂਕ ਇਹਨੂੰ ਦੇ ਦੇਗਾ, ਬਿੱਲ ਰਿਸੀਵੇਬਲ ਦੇ ਦੇਗਾ, ਇਸਦੇ ਲਈ ਬਿੱਲ ਪੇਏਬਲ ਹੈ। ਇਹ ਇਸ ਕੋਲ ਐਵੀਡੈਂਸ ਆ ਜਾਏਗਾ ਅਤੇ ਇਹ ਕੈਸ਼ ਪੇ ਕਰ ਦੇਗਾ, ਕੈਸ਼ ਪੇ ਕਰਤੇ ਇਸਨੇ। ਤਾਂ ਇਹ ਹੋਏਗੀ ਡਿਸਕਾਊਂਟਿੰਗ ਵਾਲੀ ਐਂਟਰੀ ਕਿ ਸਪੋਜ਼ ਇੱਕ ਬੰਦੇ ਨੇ ਪੈਸੇ ਬੈਂਕ ਤੋਂ ਪਹਿਲੇ ਲੈ ਲਏ, ਬਟ
ਜਿਹੜਾ ਬੈਂਕ ਹੈ ਮੈਜੋਰਟੀ ਰੇਟ 'ਤੇ ਆਪੇ ਪੈਸੇ ਲੈ ਲਏਗਾ ਉਹ ਦੂਜੇ ਬੰਦੇ ਤੋਂ, ਜਿਸ ਤੋਂ ਸੋਨੂੰ ਨੂੰ ਲੈਣੇ ਸੀ ਪੈਸੇ, ਉਹ ਮੋਨੂ ਤੋਂ ਬੈਂਕ ਵਾਪਸ ਬਾਅਦ 'ਚ ਆਪੇ ਲੈ ਲਏਗਾ। ਇਸ 'ਚ ਉਹਦਾ ਕੀ ਫਾਇਦਾ ਬੈਂਕ ਨੂੰ ਆਪਣੇ ਚਾਰਜਸ ਮਿਲ ਗਏ। ਠੀਕ ਹੈ, ਚਾਰਜਸ ਵਾਲੀ ਐਂਟਰੀ ਇਹ ਹੋ ਗਈ। ਸਿੰਪਲ ਟਰਮਸ ਆ ਗਏ ਨਾ ਸਮਝ। ਤਾਂ ਉਸ ਤੋਂ ਬਾਅਦ ਤੀਜਾ ਹੋਏਗਾ, ਪਹਿਲੀ ਦੋ ਐਂਟਰੀ ਆਪਾਂ ਦੇ ਚੁੱਕੇ, ਇੱਕ ਡਿਸਕਾਊਂਟ ਦੇ, ਇੱਕ ਸਿੰਪਲ ਟਰਮ ਦੀ ਐਂਟਰੀ ਜਿਸ ਵਿੱਚ ਸਿੱਧਾ ਪੈਸੇ ਮਿਲ ਰਹੇ ਨੇ। ਤੀਜਾ ਹੋ ਗਿਆ ਐਂਡੋਰਸ ਦੀ ਐਂਟਰੀ। ਹੁਣ ਐਂਡੋਰਸ ਦੀ ਗੱਲ ਆ ਗਈ ਉਰੇ। ਹੁਣ ਐਂਡੋਰਸ ਕਿਵੇਂ ਹੋਏਗਾ ਬਿੱਲ? ਸਪੋਜ਼ ਕਰੋ ਏ ਪਾਰਟੀ ਸੀ, ਬੀ ਪਾਰਟੀ ਸੀ। ਠੀਕ ਹੈ, ਏ ਪਾਰਟੀ ਅਤੇ ਬੀ ਪਾਰਟੀ ਦੀ ਟ੍ਰਾਂਜੈਕਸ਼ਨ ਹੋਈ ਕਿ ਤੂੰ ਮੈਨੂੰ 3 ਮਹੀਨੇ ਬਾਅਦ ਇਹ ਪੈਸੇ ਦੇਂਗਾ, ਬਟ ਉਸੇ ਟਾਈਮ ਏ ਨੇ ਸੀ ਨੂੰ ਵੀ ਪੈਸੇ ਦੇਣੇ ਸੀ। ਠੀਕ ਹੈ, ਏ ਦਾ ਕ੍ਰੈਡੀਟਰ ਸੀ। ਠੀਕ ਹੈ, ਏ ਦਾ ਕ੍ਰੈਡੀਟਰ ਸੀ ਅਤੇ ਏ ਨੇ ਪੈਸੇ ਦੇਣੇ ਸੀ ਸੀ ਨੂੰ। ਤਾਂ ਉਹਨੇ ਕੀ ਕੀਤਾ ਜੀ, ਸੀ ਨੂੰ ਕਹਿ ਤਾ ਤੂੰ ਆ ਪਕੜ ਮੇਰੇ ਤੋਂ ਬਿੱਲ, ਤੂੰ ਬੀ ਤੋਂ ਆਪੇ ਪੈਸੇ ਕਢਾ ਲਈ ਇੰਨੇ ਮਹੀਨਿਆਂ ਬਾਅਦ, 3 ਮਹੀਨਿਆਂ ਬਾਅਦ ਆਪੇ ਪੈਸੇ ਲੈ ਲਈ। ਤਾਂ ਮੇਰਾ ਕਹਾਣੀ ਖਤਮ, ਏ ਦੀ ਕਹਾਣੀ ਖਤਮ ਹੋ ਜਾਂਦੀ ਹੈ। ਅਤੇ ਸੀ ਜਦ ਡਿਊ ਡੇਟ ਆਉਂਦੀ ਹੈ ਤਾਂ ਉਹ ਜਾ ਕੇ ਆਪਣੇ ਪੈਸੇ ਬੀ ਤੋਂ ਲੈ ਲੈਂਦਾ। ਇਸ ਨੂੰ ਕਹਿੰਦੇ ਨੇ ਐਂਡੋਰਸ ਕਰਨਾ। ਆਪਣਾ ਬਿੱਲ ਚੱਕ ਕੇ ਸੀ ਨੂੰ ਦੇ ਤਾ, ਕਿਉਂਕਿ ਉਹਨੇ ਸੀ ਨੂੰ ਪੈਸੇ ਦੇਣੇ ਸੀ, ਕੋਈ ਪਹਿਲੇ ਟ੍ਰਾਂਜੈਕਸ਼ਨ ਹੋਈ ਹੋਣੀ ਜਿਸ 'ਚ ਏ ਨੇ ਸੀ ਨੂੰ ਪੈਸੇ ਦੇਣੇ ਸੀ। ਤਾਂ ਸੀ ਨੂੰ ਕਹਿੰਦਾ ਤੂੰ ਮੇਰੇ ਕੋਲ ਹਾਲੇ ਪੈਸੇ ਹੈ ਨਹੀਂ, ਤੂੰ ਬਿੱਲ ਪਕੜ ਲੈ, ਬਿੱਲ ਜਾ ਕੇ ਤੂੰ ਬੀ ਤੋਂ ਆਪੇ ਕਢਾ ਲਈ। ਠੀਕ ਹੈ, ਉਰੇ ਤੱਕ ਸਮਝ ਆ ਗਿਆ। ਤਾਂ ਆਪਾਂ ਨੂੰ ਕੀ ਕਹਿਣਾ ਚਾਹ ਰਹੇ ਹਾਂ? ਪਹਿਲੇ ਸਿੰਪਲ ਐਂਟਰੀ ਉਹੀ ਹੋ ਗਈ, ਬੀ ਅਕਾਊਂਟ ਡੈਬਿਟ ਟੂ ਸੇਲ ਅਕਾਊਂਟ। ਸਿੰਪਲ ਐਂਟਰੀ ਪਹਿਲੇ ਹਲੇ ਸੀ ਦਾ ਕੋਈ ਲੈਣਾ ਦੇਣਾ ਨਹੀਂ ਆ ਰਿਹਾ, ਪਹਿਲੇ ਤਾਂ ਦੋ ਬੰਦਿਆਂ ਦੀ ਗੱਲ ਹੋ ਰਹੀ ਹੈ। ਤੁਸੀਂ ਇਹਨੂੰ ਹਲੇ ਛੱਡੋ, ਪਹਿਲੇ ਹਲੇ ਕ੍ਰੈਡਿਟ 'ਤੇ ਹੋਈ ਹੈ, ਬੰਦੇ ਦਾ ਨਾਮ ਆ ਗਿਆ ਟੂ ਸੇਲ ਅਕਾਊਂਟ ਅਤੇ ਇਸਨੇ ਪਰਚੇਸ ਕੀਤਾ ਟੂ ਏ ਅਕਾਊਂਟ 3200। ਠੀਕ ਹੈ, ਦੂਜੀ ਐਂਟਰੀ ਉਹੀ ਸੇਮ ਐਂਟਰੀ ਕਿ ਇਹ ਬਿੱਲ ਸਾਈਨ ਕਰਕੇ ਭੇਜ ਦੇਗਾ। ਠੀਕ ਹੈ, ਏ ਅਕਾਊਂਟ ਨੂੰ ਡੈਬਿਟ ਕਰੇਗਾ ਅਤੇ ਇਹ ਬਿੱਲ ਰਿਸੀਵ ਕਰ ਲਏਗਾ ਫਰੋਮ ਦੀ ਏ ਤੋਂ, ਬੀ ਤੋਂ ਰਿਸੀਵ ਕਰ ਲਏਗਾ 3200। ਠੀਕ ਹੈ, ਉਸੇ ਪਾਰਟੀਕੂਲਰ ਡੇਟ ਵਿੱਚ। ਠੀਕ ਹੈ, ਕਿਉਂਕਿ ਐਵੀਡੈਂਸ ਅਸੈਪਟ ਹੋਏਗਾ ਤਦ ਹੀ ਤਾਂ ਬਿੱਲ ਐਕਸਚੇਂਜ ਬਣੇਗਾ। ਤਾਂ ਪਹਿਲੇ ਦੋ ਐਂਟਰੀਆਂ ਵਿੱਚ ਸਾਨੂੰ ਇਹ ਪਤਾ ਲੱਗ ਚੁੱਕਾ। ਅਤੇ ਤੀਜੀ ਐਂਟਰੀ ਜੋ ਧਿਆਨ ਨਾਲ ਦੇਖੋ, ਤੀਜੀ ਐਂਟਰੀ 'ਚ ਉਹਨੇ ਕੀ ਕੀਤਾ, ਉਹਨੇ 1 ਮਹੀਨੇ ਬਾਅਦ, ਸਪੋਜ਼ ਕਰੋ 1 ਮਹੀਨੇ ਬਾਅਦ, ਮਤਲਬ ਕਿ ਸੀ ਲੈਣ ਆ ਗਿਆ ਪੈਸੇ। ਇਹ ਕਹਿੰਦਾ ਮੇਰੇ ਕੋਲ ਤਾਂ ਹਲੇ ਪੈਸੇ ਹੈ ਨਹੀਂ ਭਾਈ, ਤੂੰ ਲੈ ਜਾ ਕੇ ਬੀ ਤੋਂ ਲਈ, ਮੈਂ ਤੈਨੂੰ ਬਿੱਲ ਦੇ ਨਾ, ਤੂੰ ਡਿਊ ਡੇਟ 'ਤੇ ਮਿਲ ਤੋਂ ਲੈਣੀ। ਸੀ ਕਹਿੰਦਾ ਚਲੋ ਠੀਕ ਹੈ, ਉਹ ਸੀ ਅਕਾਊਂਟ ਨੂੰ ਡੈਬਿਟ ਕਰੇਗਾ। ਸੀ ਨੂੰ ਉਹਨੇ ਪੈਸੇ ਦੇਣੇ ਸੀ। ਠੀਕ ਹੈ, ਸੀ ਨੂੰ ਉਹਨੇ ਪੈਸੇ ਸੀ ਨੂੰ ਡੈਬਿਟ ਕਰੇਗਾ ਅਤੇ ਆਪਣੇ ਹੱਥੋਂ ਕੀ ਦੇ ਦੇਗਾ, ਬਿੱਲ ਰਿਸੀਵੇਬਲ ਦੇ ਦੇਗਾ। ਆਹ ਲੈ ਪਕੜ 3200 ਦਾ ਬਿੱਲ। ਠੀਕ ਹੈ, ਸੀ ਆਪਣੀ ਐਂਟਰੀ 'ਚ ਕੀ ਕਰੇਗਾ, ਉਸ ਕੋਲ ਬਿੱਲ ਆ ਜਾਏਗਾ, ਉਹ ਬਿੱਲ ਰਿਸੀਵੇਬਲ ਨੂੰ ਡੈਬਿਟ ਕਰੇਗਾ, ਜੋ ਚੀਜ਼ ਆਈ ਹੁੰਦੀ ਹੈ ਉਹਨੂੰ ਪਲੱਸ ਕਰੀਦਾ, 3200 ਡੈਬਿਟ ਕਰੇਗਾ ਟੂ ਏ ਅਕਾਊਂਟ, 3200 ਕ੍ਰੈਡਿਟ ਕਰੇਗਾ। ਕਿਸ ਤੋਂ ਆਇਆ? 3200 ਤੋਂ ਆਇਆ, ਮਤਲਬ ਕਿ ਏ ਤੋਂ ਆਇਆ, ਸੋਰੀ। ਠੀਕ ਹੈ, ਹੁਣ ਜਦ ਡਿਊ ਡੇਟ ਆਈ, ਜਦੋਂ ਡਿਊ ਡੇਟ ਆਈ ਤਾਂ ਉਹੀ 3 ਦਿਨ ਦੀ ਗ੍ਰੇਸ ਹੋ ਗਈ। ਮਤਲਬ ਕਿ ਇੱਥੋਂ ਆਪਾਂ ਲਾ ਕੇ ਚੱਲਾਂਗੇ 15/3 ਤੋਂ 18/5 ਤੱਕ, 18/5 ਤੱਕ ਲਾ ਕੇ ਚੱਲਾਂਗੇ ਆਪਾਂ। ਅਤੇ ਜਦੋਂ ਡਿਊ ਡੇਟ ਆਈ 3 ਦਿਨ ਦੀ ਗ੍ਰੇਸ ਲੱਗ ਕੇ ਆ ਰਹੀ ਹੈ, ਇਹ 'ਚ 2 ਮਹੀਨੇ ਦੀ ਗੱਲ ਹੋ ਰਹੀ ਹੈ, 15/3/12 ਅਤੇ 18/5/12, 2 ਮਹੀਨੇ ਦੀ ਗੱਲ ਆ ਗਈ ਪਲੱਸ 3 ਦਿਨ ਦੀ ਗ੍ਰੇਸ। ਠੀਕ ਹੈ, 18 ਤਰੀਕ ਮੰਨ ਗਈ ਤਾਂ ਏ ਦਾ ਉਰੇ ਕੋਈ ਲੈਣਾ ਦੇਣਾ ਨਹੀਂ, ਏ ਨੇ ਪਹਿਲੇ ਬਿੱਲ ਚੱਕ ਕੇ ਦੇ ਦਿੱਤਾ ਸੀ, ਉਹਦੀ ਜ਼ਿੰਮੇਵਾਰੀ ਖਤਮ। ਹੁਣ ਦੋ ਬੰਦਿਆਂ ਦੀ ਕਹਾਣੀ ਬੈਠਦੀ ਹੈ। ਠੀਕ ਹੈ, ਦੋ ਬੰਦਿਆਂ ਦੀ ਕਹਾਣੀ ਬੈਠਦੀ ਹੈ। ਠੀਕ ਹੈ, ਇਸ ਕੋਲ ਬਿੱਲ ਸੀ ਕੋਲ, ਹਲੇ ਤੱਕ ਤਾਂ ਇਸ ਕੋਲ ਬਿੱਲ ਸੀ। ਠੀਕ ਹੈ, ਇਹ ਬਿੱਲ ਦੇਗਾ ਇਹ ਬੀ ਨੂੰ, ਆ ਪਕੜੇ ਬਿੱਲ ਕਿਉਂਕਿ ਉਹਨੂੰ ਐਵੀਡੈਂਸ ਚਾਹੀਦਾ ਬੀ ਨੂੰ। ਬੀ ਕਹੇਗਾ ਮੈਨੂੰ ਐਵੀਡੈਂਸ ਦੇ ਜਿਸ 'ਤੇ ਮੈਂ ਸਾਈਨ ਕੀਤੇ ਆ। ਇਹ ਬਿੱਲ ਲਏਗਾ, ਬਿੱਲ 'ਤੇ ਕੈਸ਼ ਪੇ ਕਰੇਗਾ, ਇਸ ਕੋਲ ਕੈਸ਼ ਆ ਜਾਏਗਾ। ਠੀਕ ਹੈ, ਇਹਨਾਂ ਦੋਨਾਂ ਦਾ ਕੰਮ ਵੀ ਹੋ ਜਾਏਗਾ। ਸਿੰਪਲ ਟਰਮ 'ਚ ਸਮਝ ਆ ਗਿਆ ਨਾ ਕਿ ਐਂਡੋਰਸ ਕਰਨਾ ਇਹ ਹੁੰਦਾ ਕਿ ਤੀਜੀ ਪਾਰਟੀ ਜਿਹੜੀ ਹੈ, ਜਦੋਂ ਉਹਨੇ ਪਹਿਲੀ ਪਾਰਟੀ ਤੋਂ ਪੈਸੇ ਲੈਣੇ ਹੁੰਦੇ ਆ, ਉਸ ਤੋਂ ਨਾ ਲੈ ਕੇ ਉਸਦੇ ਡੈਟਰ ਤੋਂ ਪੈਸਾ ਲੈ ਲੈਂਦੀ ਹੈ। ਠੀਕ ਹੈ, ਉਸ ਨੂੰ ਕਹਿੰਦੇ ਨੇ ਐਂਡੋਰਸਮੈਂਟ ਕਰਨਾ ਕਿ ਏ ਨੇ ਬਿੱਲ ਚੱਕ ਕੇ ਸੀ ਨੂੰ ਦੇ ਤਾ, ਤੂੰ ਆਪੇ ਨਿਪਟਾਰਾ ਕਰੀ, ਮੇਰਾ ਕੰਮ ਖਤਮ। ਠੀਕ ਹੈ, ਹੁਣ ਅੱਗੇ ਚੌਥਾ ਪੁਆਇੰਟ ਹੋ ਸਕਦਾ, ਇੱਕ ਤਾਂ ਹੁੰਦਾ ਐਂਡੋਰਸ ਕਰਨਾ, ਇੱਕ ਹੁੰਦਾ ਡਿਸਕਾਊਂਟਿੰਗ ਕਰਨਾ, ਇੱਕ ਮੈਜੋਰਟੀ 'ਤੇ। ਠੀਕ ਹੈ, ਇੱਕ ਹੁੰਦਾ ਬਿੱਲ ਸੈਂਡ ਫੋਰ ਕਲੈਕਸ਼ਨ ਹੀ ਆਪਾਂ ਨੇ ਬਿੱਲ ਭੇਜ ਦਿੱਤਾ। ਮਤਲਬ ਕਿ ਸਪੋਜ਼ ਕਰੋ ਸਾਨੂੰ ਬੈਂਕ ਕਿੰਨੀ ਫੈਸਿਲਿਟੀਜ਼ ਦਿੰਦਾ, ਪੈਸਾ ਰੱਖਣ ਨੂੰ ਦਿੰਦਾ, ਤੁਸੀਂ ਗੋਲਡ ਰੱਖ ਸਕਦੇ ਹੋ, ਤੁਹਾਡੇ ਕੋਲ ਲੋਕਰ ਹੈ, ਕੋਈ ਡਾਕੂਮੈਂਟਸ ਰੱਖ ਸਕਦੇ ਹੋ। ਇੱਕ ਜਿਹੜੀ ਫੈਸਿਲਿਟੀ ਇਹ ਵੀ ਸਾਨੂੰ ਦਿੰਦਾ ਕਿ ਤੁਸੀਂ ਤੁਹਾਡੇ ਬਿੱਲ ਦੀ ਕਲੈਕਸ਼ਨ ਮੈਂ ਕਰਾਂਗਾ, ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ, ਮੈਂ ਤੁਹਾਡੇ ਲਈ ਫੈਸਿਲਿਟੀ ਤੁਹਾਨੂੰ ਮੈਂ ਪ੍ਰੋਵਾਈਡ ਕਰਾ ਰਿਹਾ। ਬੈਂਕ ਕਹਿੰਦਾ ਮੈਂ ਤੁਹਾਨੂੰ ਪ੍ਰੋਵਾਈਡ ਕਰਾਵਾਂਗਾ, ਮੈਂ ਤੁਹਾਡੇ ਲਈ ਫੈਸਿਲਿਟੀ ਦੇਵਾਂਗਾ, ਤੁਹਾਡੀ ਫੈਸਿਲਿਟੀ ਲਈ ਮੈਂ ਖੜ੍ਹਾ, ਮੈਂ ਤੁਹਾਡੇ ਲਈ ਖੜ੍ਹਾ, ਤੁਹਾਡੀ ਸਰਵਿਸ ਲਈ ਮੈਂ ਖੜ੍ਹਾ। ਤਾਂ ਉਹ ਕਹਿੰਦਾ ਮੈਂ ਕਲੈਕਸ਼ਨ ਕਰਾਂ, ਤੁਹਾਨੂੰ ਜਾਣ ਦੀ ਲੋੜ ਨਹੀਂ। ਕਿਉਂਕਿ ਉਹਨਾਂ ਨਾਲ ਜ਼ਿਆਦਾ ਜਿਹੜੇ ਵੱਡੇ ਬਿਜ਼ਨਸ ਹੁੰਦੇ ਆ ਅਤੇ ਉਹਨਾਂ ਨੇ ਬੈਂਕ ਨਾਲ ਉਹਨਾਂ ਦਾ ਟਾਈਡ ਅਪ ਹੁੰਦਾ ਅਤੇ ਬੈਂਕ ਹੀ ਉਹਨਾਂ ਦੇ ਸਾਰੇ ਕਲੈਕਸ਼ਨ ਕਰਦਾ ਹੁੰਦਾ। ਤਾਂ ਇਸ ਵਿੱਚ ਕੀ ਐਂਟਰੀ ਹੋਏਗੀ, ਸੇਮ ਐਗਜ਼ਾਮਪਲ ਉਰੇ ਅਲੱਗ ਆ ਗਈ,
मतलब कि एग्जाम्पल मतलब नेम चेंज हो गया, नीता तो सुनीता हो गई, बस नीता सुनीता ला के चलो। पहली एंट्री सेम होएगी, सुनीता अकाउंट डेबिट टू सेल अकाउंट, परचेस अकाउंट डेबिट टू नीता अकाउंट, ठीक है ना। कोई कैश तो नहीं, क्रेडिट तो क्रेडिट की एंट्री तो आप बंदे का नाम ही लईदा होंदा। पहली एंट्री सेम होएगी, दूजी एंट्री तो भी सेम होएगी, ठीक है। दूजी एंट्री तो की होएगा, जब उन्हें बिल इनू भेजा होएगा, ये साइन किए होने तो इन्हें साइन करके वापस भेजा होएगा बिल, तब बिल की साइन करके वापस भेजने की एंट्री ये होएगी अनीता अकाउंट डेबिट, ठीक है। इनू भेजा, इनू डेबिट किया, इनू की भेजा, बिल पेएबल भेजा, इस को बिल आ गया, बिल रिसीवेबल टू सुनीता 2500, ठीक है। हुण आई ड्यू डेट की गल, ड्यू डेट तो की होया, ड्यू डेट तो पहला, ड्यू डेट आने तो पहला उरे बिल फॉर सेंट फॉर कलैक्शन की गल हो रही है, ठीक है। सपोज करो 15 दिनों बाद ही, 15 दिनों बाद ही इन्हें चक अनीता ने जाके बैंक में देते, बैंक में देता उन्हें, ठीक है। बैंक में देते की नाम है, बिल अपने बैंक में देते, उरे आप बैंक ना लिखा के उस टर्म का नाम लिखांगे, बिल सेंट फॉर कलैक्शन अकाउंट डेबिट 2500 तो इनू की दिता, बिल रिसीवेबल दिता 2500, ठीक है। उन्हें बैंक में देता, ये जिम्मेवारी खत्म होने, बैंक कहता मैं आपे कलैक्ट करांगा, ये कोई चार्जिस नहीं लैंदा, वो सिर्फ एक तरह की फैसिलिटी दिंदा, ठीक है, एक तरह की फैसिलिटी दिंदा, ये कोई चार्जिस नहीं लैंदा। वो कहता बैंक कहता चलो ठीक है। ड्यू डेट आई, ड्यू डेट के नाल ग्रेस डेस भी लग रही है, इवें 1/12 से 1/12 से तो 3 महीने लग के उपर 3 महीने तो बाद 3 दिन की ग्रेस मिलती है। 4 तरीक आ गई, 4 तरीक नूं इस को 4 तरीक नूं इन्हें कलैक्शन ली, इस को बिल आ गया, बैंक ने इन्हों बिल भेजता, इस को बिल आ गया, इन्हें कैश पे करता, ठीक है। बैंक नाल दी नाल कैश में उहदे अकाउंट खाते पा देगा, तो उहदे बैंक अकाउंट डेबिट हो जाए, कित्थों आया बिल सेंट फॉर कलैक्शन तो आया, मतलब उन्होंने बैंक तो आया, बैंक का नाम ना लैके उहदा टर्म का नाम लिता कि 2500 मैंने उस तो आया, ठीक है फ्रेंड्स। उरे तक समझ आ गया ना, उरे तक अपन ये पता लग गया ना कि ये इन्हू कहते ने बिल सेंट फॉर कलैक्शन, कि बैंक ने कलैक्ट किया पैसा, बंदे ने ना कलैक्ट करके बैंक ने कलैक्ट किया पैसा, तो उरे बैंक का नाम ना लैके आप उस टर्म का नाम लाओगे बिल सेंट फॉर कलैक्शन, ठीक है। पहली ये 2 एंट्री हमेशा हरेक इतने सेम होगी, जो कोई कंडीशन चेंज होएगी या तो तीजे होएगी या चौथे एंट्री होएगी, जो ड्यू डेट आती है एक्चुअली उदों कोई एंट्री चेंज होती है, जी उपलियां 2 एंट्रियां बिल्कुल सेम ही होगी, ठीक है। पहले एक ट्रांजैक्शन हुई, फिर ड्यू बिल की ट्रांजैक्शन हुई, तो अगे जी एंट्रियां होंगे उस चेंजिस आदियाँ होंगे हमेशा, ठीक है। ये हो गया बिल सेंट फॉर कलैक्शन। उरे आप देखिए एंडोस करने की गल, उरे आप गल देखिए डिस्काउंटेड कराने की गल, तो उरे आप देखिए रिटेन बाय द ड्रोर, ठीक है। एक्चुअल जी पेमेंट सीधी सादी पेमेंट हुई, इस कोई भी कंडीशन नहीं लगी, मतलब कोई कुछ भी नहीं होया, ना उन्हें डिस्काउंट कराया, ना उन्हें एंडोर्स कराया, ना उन्हें मतलब कि सेंट फॉर कलैक्शन लिए भेजा, कुछ नहीं किया, ठीक है फ्रेंड्स। हुण आपां अगे एक देखांगे, हुण आ गई गल डिसऑनर की। डिसऑनर जोड़ा बिल हो गया, डिसऑनर का मतलब कि जदों ड्यू डेट आई तो बी ने पैसे पे ही नहीं किए, वो कहता मेरे को है ही नहीं, खत्म मतलब कि उत्थे ही मतलब पैसे ही नहीं पे किए, वो कहता मेरे को पैसे नहीं है, तो उदों उस बिल नूं की कहांगे डिसऑनर हो जाना बिल, जिवें चैक बाउंस हो जाता इवें बिल नूं कहांगे आपां डिसऑनर हो गया। उस विच जो डिसऑनर हो गया ना बिल, डिसऑनर तो मैं तुहाडे उपर 4 केसिस किए हैं, 4 केसिस मैंने तुहाडे नाल डिस्कस किए हैं। एक तो पहला एक डेट ऑफ मेजोरिटी का किया कि एक सिंपल जी जो ड्यू डेट आई तो मैंने कैश लेता, उदों कि ट्रांजैक्शन होएगी जो ड्यू डेट आएगी, जो डिसऑनर हो जाएगा बिल। एक दूजी गल की डिस्काउंटिंग की, जो डिस्काउंट की गल आई, ठीक है, जो ड्यू डेट आई उदों कि ट्रांजैक्शन होएगी, ड्यू डेट की गल कर रहे हैं, जब डिसऑनर कि बी ने पे ही नहीं करना। पहली तो गल ये कि जो बी पे कर रहे हैं, ठीक है ना, पहली 4 जी मैं तुहानूं उपर लैके चलने आ देखो बी हरेक च पे कर रहे हैं ना, पे कर रहे बिल फॉर सेंट फॉर कलैक्शन भी पे कर रहे, ठीक है, एंडोर्स कराने भी वो पे कर रहे, ठीक है। आ देखो एंडोर्स कराने भी वो पे कर रहे, ठीक है, तो डिस्काउंटिंग भी पे कर रहे, आ देखो आ पे कर रहे कि नाम है आ रहा, आ पे कर रहे, ठीक है ना। तो अगे इस तो पे कर ही रहा जिस एक्चुअल ट्रांजैक्शन हुई है, बट डिसऑनर च की होया कि डिसऑनर च उन्हें पे नहीं किया, जो ड्यू डेट आई बी ने पे ही नहीं किए, बी ने पे ना करने के कारण तो उदों कि एंट्री होएगी, इस वक्त कि एंट्री होएगी, जब सिंपल टर्म कि एंट्री होएगी, सपोज करो पहले केस में कि एंट्री होएगी डेट ऑफ मेजोरिटी आने वक्त डिसऑनर होने तो बाद पहली केस में की एंट्री होएगी, दूजे केस में जो डिस्काउंटिंग कराया से बिल उदों कि एंट्री होएगी जो डिसऑनर होया बिल, ठीक है।
ਅਗਲੀ ਟ੍ਰਾਂਜੈਕਸ਼ਨ ਦੀ ਕਿਹੜੀ ਐਂਟਰੀ ਹੋਏਗੀ। ਤਾਂ ਤੀਜਾ ਟਰਮ ਆਇਆ ਕਿ ਇੰਡੋਸ ਕਰਾਉਣ ਵਕਤ ਜਿਹੜੀ ਇੰਡੋਸ ਕਰਾਇਆ ਸੀ ਅਤੇ ਉਦੋਂ ਜਦੋਂ ਮੈਨੂੰ ਡਿਊ ਡੇਟ ਆਈ ਉਦੋਂ ਡਿਸਓਨਰ ਹੋ ਗਿਆ ਬਿੱਲ। ਸਮਝੋ ਕਿ ਜਦੋਂ ਮੈਂ ਤੁਹਾਡੇ ਨਾਲ ਡਿਸਓਨਰ ਦੀ ਗੱਲ ਕਰ ਰਿਹਾ ਅਤੇ ਡਿਸਓਨਰ ਹੋ ਗਿਆ ਬਿੱਲ, ਬੀ ਨੇ ਪੇ ਨਹੀਂ ਕੀਤਾ, ਉਦੋਂ ਜਨਰਲ ਐਂਟਰੀ ਕੀ ਹੋਏਗੀ। ਅਤੇ ਚੌਥੀ ਗੱਲ, ਜਦੋਂ ਸੈਂਟਰ ਫੋਰ ਕਲੈਕਸ਼ਨ ਲਈ ਭੇਜਿਆ, ਜਦੋਂ ਬਿੱਲ ਸੈਂਟਰ ਫੋਰ ਕਲੈਕਸ਼ਨ ਨੂੰ ਭੇਜਿਆ, ਬੈਂਕ ਜਦੋਂ ਡਿਊ ਡੇਟ 'ਤੇ ਪੈਸੇ ਲਏਗਾ ਉਦੋਂ ਡਿਸਓਨਰ ਹੋ ਜਾਣਾ ਬਿੱਲ, ਤਾਂ ਉਦੋਂ ਕਿਹੜੀ ਜਨਰਲ ਐਂਟਰੀ ਹੋਏਗੀ। ਠੀਕ ਹੈ ਫਰੈਂਡਸ, ਹੁਣ ਆਪਾਂ ਉਹੀ ਗੱਲ ਦੇਖਣ ਲੱਗੇ ਹਾਂ, ਡਿਸਓਨਰ ਹੋਣਾ। ਮੈਂ ਇਹਦੇ 'ਚ 4 ਕੇਸਿਸ ਪੂਰੇ ਲੈਤੇ ਹਨ ਜਿਨ੍ਹਾਂ ਤੁਹਾਨੂੰ ਸਮਝ ਆ ਜਾਵੇ। ਤਾਂ ਆਪਾਂ ਸਭ ਤੋਂ ਪਹਿਲਾ ਕੇਸ ਦੇਖਾਂਗੇ ਜਦੋਂ ਐਕਚੁਅਲ ਡੇਟ ਆ ਗਈ। ਐਕਚੁਅਲ ਡੇਟ ਆ ਗਈ ਮਤਲਬ ਕਿ ਇਸ ਵਿੱਚ ਕੋਈ ਕੰਡੀਸ਼ਨ ਨਹੀਂ ਲੱਗੀ, ਕੋਈ ਐਂਡੋਰਸ ਨਹੀਂ ਹੋਇਆ, ਕੋਈ ਡਿਸਕਾਊਂਟਿੰਗ ਨਹੀਂ ਹੋਇਆ, ਕੋਈ ਸੈਂਟਰ ਫੋਰ ਕਲੈਕਸ਼ਨ ਨਹੀਂ ਭੇਜਿਆ। ਸਿਰਫ ਸਿੰਪਲ ਟਰਮ 'ਚ ਉਸਨੇ ਕਿਹਾ ਕਿ ਰਿਟੇਨ ਬਾਏ ਦਾ ਡਰੋ ਟਿਲ ਦਾ ਡੇਟ ਆਫ ਮੈਚੁਰਿਟੀ। ਠੀਕ ਹੈ, ਪਹਿਲੀ ਇਹ 2 ਐਂਟਰੀਆਂ ਸੇਮ ਹੋਣਗੀਆਂ ਜਿਹੜੀ ਆਪਾਂ ਉੱਪਰ ਐਂਟਰੀਆਂ ਦੇਖਦੇ ਆਏ ਹਾਂ। ਠੀਕ ਹੈ, ਇਹ ਦੇਖੋ ਪਹਿਲਾ ਕੇਸ ਚੱਲ ਰਿਹਾ ਨਾ, ਤਾਂ ਉਹਦੇ 'ਚ ਆਪਾਂ ਪਹਿਲੀਆਂ 2 ਐਂਟਰੀਆਂ ਤਾਂ ਹਮੇਸ਼ਾ ਸੇਮ ਹੋਣਗੀਆਂ। ਪਹਿਲੀਆਂ 2 ਐਂਟਰੀਆਂ ਸੇਮ ਹੋਣਗੀਆਂ। ਠੀਕ ਹੈ, ਪਹਿਲੀਆਂ 2 ਐਂਟਰੀਆਂ ਸੇਮ ਹੋਣਗੀਆਂ। ਤੀਜੀ ਐਂਟਰੀ ਦੇਖੋ, ਇਸ ਵਿੱਚ ਆਪਾਂ ਨੇ ਕੈਸ਼ ਲਿੱਤਾ ਸੀ, ਬਿੱਲ ਰਿਸੀਵੇਬਲ 10,000 ਉਹਨੇ ਪੇ ਕੀਤਾ ਸੀ, ਕੈਸ਼ ਕੀਤਾ 10,000। ਠੀਕ ਹੈ, ਮਗਰ ਹੁਣ ਡਿਸਓਨਰ ਹੋ ਗਿਆ, ਇਹ ਬਿੱਲ ਡਿਸਓਨਰ ਹੋ ਗਿਆ। ਪਹਿਲਾਂ ਜਿਹੜੀ ਕੰਡੀਸ਼ਨ ਵਾਲਾ ਬਿੱਲ ਸੀ ਇਹ ਡਿਸਓਨਰ ਹੋ ਗਿਆ। ਜਦੋਂ ਇਹ ਡਿਸਓਨਰ ਹੋ ਗਿਆ, ਇਹਨੂੰ ਆਪਣੇ ਧਿਆਨ 'ਚ ਰੱਖਿਓ ਕਿ ਇਹ ਐਂਟਰੀ ਆਪਾਂ ਇਵੇਂ ਕੀਤੀ ਸੀ, ਕੈਸ਼ ਅਕਾਊਂਟ ਡੈਬਿਟ ਟੂ ਬਿੱਲ ਰਿਸੀਵੇਬਲ, ਬਿੱਲ ਪੇਬਲ ਅਕਾਊਂਟ ਡੈਬਿਟ ਟੂ ਕੈਸ਼ ਅਕਾਊਂਟ। ਠੀਕ ਹੈ, ਇਹ ਆਪਾਂ ਇਸ ਧਿਆਨ 'ਚ ਰੱਖ ਲਿਆ। ਹੁਣ ਆਪਾਂ ਦੇਖਦੇ ਹਾਂ ਉਹ ਕੇਸ ਦੇਖਦੇ ਹਾਂ, ਕੇਸ ਵਿੱਚ ਉਹ ਐਂਟਰੀ ਕਿਵੇਂ ਪਏਗੀ, ਜਿਹੜੀ ਲਾਸਟ ਡਿਊ ਡੇਟ ਵਾਲੀ ਐਂਟਰੀ ਸੀ ਉਹ ਕਿਵੇਂ ਪਏਗੀ। ਠੀਕ ਹੈ, ਆਪਣੇ ਕੋਲ ਕੈਸ਼ ਨਾ ਆ ਕੇ ਇਹ ਐਕਸ ਹੈ, ਇਹ ਵਾਈ ਹੈ, ਇਹ ਮੰਨ ਕੇ ਚੱਲੋ ਇਹ ਐਕਸ ਹੈ, ਵਾਈ ਹੈ, ਤਾਂ ਉਹ ਕੈਸ਼ ਨਾ ਆ ਕੇ ਉਸ ਪਾਰਟੀ ਦਾ ਨਾਮ ਲਿਖਾਂਗੇ ਕਿਉਂਕਿ ਸਾਡੇ ਕੋਲ ਕੈਸ਼ ਤਾਂ ਆਇਆ ਨਹੀਂ। ਠੀਕ ਹੈ, ਕੈਸ਼ ਆ ਨਾ ਕਰਕੇ ਵਾਈ ਦਾ ਨਾਮ ਲਿਖਾਂਗੇ, ਥੱਲੇ ਬਿੱਲ ਰਿਸੀਵੇਬਲ ਸੀ, ਬਿੱਲ ਰਿਸੀਵੇਬਲ ਲਿਖਾਂਗੇ। ਇਹ ਕੀ ਲਿਖੇਗਾ, ਬਿੱਲ ਪੇਏਬਲ। ਠੀਕ ਹੈ, ਇਹ ਲਿਖੇਗਾ ਬਿੱਲ ਪੇਏਬਲ, ਬਿੱਲ ਪੇਏਬਲ ਲਿਖੇਗਾ ਨਾ, ਇਹ ਲਿਖੇਗਾ ਬਿੱਲ ਪੇਏਬਲ। ਤਾਂ ਇਸ ਵਿੱਚ ਇੱਕ ਚੀਜ਼ ਦਾ ਵੀ ਹੋਰ ਧਿਆਨ ਰੱਖਿਓ, ਜੇ ਸਪੋਜ਼ ਕਰੋ ਇਸਨੇ ਵਾਈ ਨੇ ਪੇ ਨਹੀਂ ਕੀਤੇ, ਵਾਈ ਨੇ ਨਹੀਂ ਪੇ ਕੀਤਾ, ਤਾਂ ਇਹ ਕੀ ਕਰੇਗਾ, ਇਹ ਨੋਟਿਸ ਵੀ ਭੇਜੇਗਾ। ਉਹ ਨੋਟਿੰਗ ਚਾਰਜਿਸ ਵੀ ਲੱਗਦੇ ਆ। ਅਤੇ ਜਦੋਂ ਉਰੇ ਟੂ ਕੈਸ਼ ਕਿਉਂ ਆਇਆ, ਇੱਕ ਤਾਂ ਟੂ ਬਿੱਲ ਰਿਸੀਵੇਬਲ ਆਏਗਾ। ਜਿਵੇਂ ਆਪਾਂ ਨੇ ਸਪੋਜ਼ ਕਰੋ ਇਸ ਐਂਟਰੀ 'ਤੇ ਜਦੋਂ ਸਪੋਜ਼ ਕਰੋ ਡਿਸਓਨਰ ਨਹੀਂ ਹੋਇਆ ਸੀ, ਤਾਂ ਆਪਾਂ ਨੂੰ ਕੀ ਆ ਰਿਹਾ ਸੀ, ਕੈਸ਼ ਅਕਾਊਂਟ ਡੈਬਿਟ ਹੋ ਰਿਹਾ ਸੀ, ਕੈਸ਼ ਅਕਾਊਂਟ ਡੈਬਿਟ ਹੋ ਰਿਹਾ ਸੀ, ਕੈਸ਼ ਅਕਾਊਂਟ ਡੈਬਿਟ ਹੋ ਰਿਹਾ ਸੀ, ਹੈ ਨਾ, ਅਤੇ ਟੂ ਬਿੱਲ ਰਿਸੀਵੇਬਲ ਹੋ ਰਿਹਾ ਸੀ। ਬਟ ਉਰੇ ਡਿਸਓਨਰ ਹੋ ਗਿਆ, ਮਤਲਬ ਕਿ ਪੈਸਾ ਨਹੀਂ ਆ ਰਿਹਾ ਸਾਡੇ ਕੋਲ ਡਿਸਓਨਰ ਹੋਇਆ ਜਾ ਰਿਹਾ ਪੈਸਾ। ਠੀਕ ਹੈ, ਨਹੀਂ ਆ ਰਿਹਾ ਪੈਸਾ, ਤਾਂ ਆਪਾਂ ਪਾਰਟੀ ਦਾ ਨੇਮ ਕਰ ਦਾਂਗੇ ਡੈਬਿਟ ਟੂ ਬਿੱਲ ਰਿਸੀਵੇਬਲ। ਟੂ ਕੈਸ਼ ਉਹਨੇ ਕਿਉਂ ਕੀਤਾ, ਕਿਉਂਕਿ ਜੇ ਉਹ ਨੋਟਿੰਗ ਚਾਰਜਿਸ ਪੇ ਕਰੇਗਾ। ਨੋਟਿਸ ਚਾਰਜਿਸ ਕਿਉਂ ਪੇ ਕਰੇਗਾ, ਕਿਉਂਕਿ ਇਹ ਨੋਟਿਸ ਭੇਜੇਗਾ, ਇਹਨੂੰ ਨੋਟਿਸ ਭੇਜੇਗਾ, ਲੀਗਲ ਨੋਟਿਸ ਜਾਏਗਾ ਇਸ ਕੋਲ। ਤੁਹਾਨੂੰ ਮੈਂ ਕਿਹਾ ਸੀ ਨਾ ਕਿ ਬਿੱਲ ਆਫ ਐਕਸਚੇਂਜ ਐਕਸੈਪਟੈਂਸ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਤਰ੍ਹਾਂ ਦਾ ਲੀਗਲ ਡਾਕੂਮੈਂਟ ਹੋ ਜਾਂਦਾ ਨਾ, ਇੱਕ ਤਰ੍ਹਾਂ ਦੀ ਪੱਕੇ ਕੰਮ ਹੋ ਜਾਂਦੇ ਹੈ, ਤੁਹਾਨੂੰ ਇਸ ਤਰੀਕੇ ਨੂੰ ਪੇ ਕਰਨਾ ਹੀ ਕਰਨਾ ਹੈ। ਮਗਰ ਡਿਸਓਨਰ ਹੋ ਜਾਣ ਤੋਂ ਬਾਅਦ ਇਹ ਇਸ ਕੋਲ ਨੋਟਿਸ ਜਾਏਗਾ, ਨੋਟਿਸ ਮਤਲਬ ਇੱਕ ਨੋਟਿਸ ਭੇਜੇਗਾ, ਇਹਨੂੰ ਨੋਟਿਸ ਭੇਜਣ ਦੇ ਉੱਪਰ ਚਾਰਜਿਸ ਲੱਗਦੇ ਆ। ਟੂ ਕੈਸ਼ ਅਕਾਊਂਟ ਕਰੇਗਾ, ਅਤੇ ਇਹ ਕੀ ਕਰੇਗਾ, ਇਹ ਆਪਣੇ ਖਾਤੇ 'ਚ ਕੀ ਕਰੇਗਾ। ਠੀਕ ਹੈ, ਇਹ ਇਹਨੇ ਕੈਸ਼ ਕਰਨਾ ਸੀ ਉਰੇ, ਮਗਰ ਇਹਨੇ ਕੈਸ਼ ਕੀਤਾ ਨਹੀਂ, ਇਹਨੇ ਕੈਸ਼ ਨਾ ਕਰਕੇ, ਕਿਉਂਕਿ ਇਸ ਕੋਲ ਪੈਸੇ ਹੈ ਨਹੀਂ, ਤਾਂ ਉਸ ਵਕਤ ਇਸ ਦੀ ਐਂਟਰੀ ਕੀ ਹੋਏਗੀ, ਇਹ ਬਿੱਲ ਪੇਏਬਲ ਦਾ ਸੇਮ ਹੋਏਗਾ, ਕਿਉਂਕਿ ਉੱਪਰ ਵੀ ਆਪਾਂ ਐਂਟਰੀ ਦੇ ਬਿੱਲ ਪੇਏਬਲ ਟੂ ਕੈਸ਼ ਕਰਨਾ ਸੀ ਆਪਾਂ ਨੇ, ਬਟ ਉਰੇ ਬਿੱਲ ਪੇਏਬਲ ਟੂ ਐਕਸ ਕਰੇਗਾ, ਅਤੇ ਉਰੇ ਨੋਟਿਸ ਚਾਰਜਿਸ ਵੀ ਨਾਲ ਐਡ ਕਰ ਲਏਗਾ। ਹਲੇ ਉਹਨੇ ਕੁਝ ਪੇ ਨਹੀਂ ਕੀਤਾ, ਮਗਰ ਉਹ ਨੋਟਿਸ ਚਾਰਜਿਸ ਮੰਨ ਲਏ, ਕਿਉਂਕਿ ਇਹ ਨੋਟਿਸ ਚਾਰਜਿਸ ਜਿਹੜਾ ਉਹਨੇ ਨੋਟਿਸ ਭੇਜਿਆ ਨਾ, ਉਹਦਾ ਖਰਚਾ ਵੀ ਬੀ ਹੀ ਉਠਾਏਗਾ, ਇਹ ਨਹੀਂ ਉਠਾਏਗਾ। ਠੀਕ ਹੈ ਨਾ, ਕਿਉਂਕਿ ਇਹਨੇ ਨੋਟਿਸ ਭੇਜਿਆ ਬੀ ਨੂੰ, ਇਹਨੇ ਪਹਿਲੇ ਆਪਣੇ ਵੱਲੋਂ ਖਰਚਾ ਕਰਤਾ, ਟੂ ਕੈਸ਼ ਅਕਾਊਂਟ ਕਰਤਾ। ਠੀਕ ਹੈ, ਬੀ ਤੋਂ ਪੈਸੇ ਝਾੜੇਗਾ, ਤਾਂ ਬੀ ਕੀ ਕਰੇਗਾ, ਆਪਣੇ 'ਚ ਐਡ ਕਰ ਲਏਗਾ, ਜਿਹੜੇ ਉਹਨੇ ਪੇ ਕੀਤੇ ਆ ਨਾ ਉਹ ਐਡ ਕਰ ਲਏਗਾ ਇਸ ਵਿੱਚ। ਠੀਕ ਹੈ, ਟੂ ਐਕਸ ਅਕਾਊਂਟ ਕਰ ਦੇਗਾ, ਇਹ ਹੋ ਜਾਏਗਾ ਡਿਸਓਨਰ ਹੋ ਜਾਣਾ ਬਿੱਲ। ਪੈਸਾ ਨਾ ਹੋ ਕੇ ਸਿਰਫ ਇੰਨੀ ਕੁ ਐਂਟਰੀ ਹੀ ਹੋਏਗੀ ਜਦੋਂ ਡਿਸਓਨਰ ਹੋ ਜਾਏਗਾ, ਕੈਸ਼ ਵਿੱਚ ਕੋਈ ਟ੍ਰਾਂਜੈਕਸ਼ਨ ਨਹੀਂ ਹੋਈ, ਸਿਰਫ ਨੋਟਿਸ ਚਾਰਜਿਸ ਪੇ ਕੀਤੇ ਹੈ। ਠੀਕ ਹੈ, ਐਕਸ ਨੇ, ਤਾਂ ਵਾਈ ਤੋਂ ਹੀ ਉਹ ਲਏਗਾ ਬਾਅਦ 'ਚ ਉਹ। ਠੀਕ ਹੈ, ਉਦੋਂ ਤੱਕ ਪਹਿਲੇ ਕੇਸ ਵਿੱਚ ਤੁਹਾਨੂੰ ਸਮਝ ਆ ਗਿਆ ਨਾ ਕਿ ਜਦੋਂ ਹਲੇ ਇੰਡੋਰਸ ਨਹੀਂ ਹੋਇਆ, ਕੋਈ ਸੈਂਟਰ ਕਲੈਕਸ਼ਨ ਨਹੀਂ ਹੋਇਆ, ਸਿੰਪਲ ਟਰਮ 'ਚ ਗੱਲ ਹੋਈ, ਤਾਂ ਇਹਨੇ ਪਹਿਲੇ ਪੈਸਾ ਰਿਸੀਵ ਕਰਨਾ ਸੀ, ਕੈਸ਼ ਅਕਾਊਂਟ ਡੈਬਿਟ ਟੂ ਬਿੱਲ ਰਿਸੀਵੇਬਲ, ਮਗਰ ਨਾ ਹੋਣ ਕਰਕੇ ਉਹਨੇ ਵਾਈ ਨੂੰ ਡੈਬਿਟ ਕਰ ਲਿਆ, ਕਿਉਂਕਿ ਜਿਸ ਪਾਰਟੀ ਦਾ ਨਾਮ ਆ ਜਾਂਦਾ ਤਾਂ ਬਿੱਲ ਰਿਸੀਵੇਬਲ ਹੋਏਗਾ। ਉਹਨੇ ਉਰੇ ਟੂ ਕੈਸ਼ ਕਿਉਂ ਕੀਤਾ, ਕਿਉਂਕਿ ਇਹਨੇ ਨੋਟਿਸ ਵੀ ਭੇਜਿਆ ਵਾਈ ਨੂੰ, ਤਾਂ ਬਿੱਲ ਟੂ ਕੈਸ਼ ਕਰੇਗਾ। ਇਹ ਕੀ ਕਰੇਗਾ, ਇਹਨੇ ਬਿੱਲ ਪੇਬਲ ਕਰਨਾ ਸੀ, ਮਗਰ ਡਿਸਓਨਰ ਹੋ ਗਿਆ, ਤਾਂ ਉਰੇ ਕੈਸ਼ ਨਾ ਕਰਕੇ ਪਾਰਟੀ ਦਾ ਨਾਮ ਆ ਜਾਏਗਾ, ਤਾਂ ਨੋਟਿੰਗ ਚਾਰਜਿਸ ਆ ਜਾਣਗੇ ਉਰੇ, ਨੋਟਿਸ ਚਾਰਜ ਨੂੰ ਆਪਣੇ ਅੰਦਰ ਐਡ ਕਰ ਲਿਆ, ਕਿਉਂਕਿ ਜਦ ਇਹ ਬਿੱਲ ਪੇਬਲ ਨਹੀਂ ਕਰ ਸਕਦਾ ਤਾਂ ਉਹਲੇ ਪੇਮੈਂਟ ਨਹੀਂ ਕਰ ਪਾ ਰਿਹਾ ਉਹ, ਤਾਂ ਉਸ ਟਰਮ 'ਚ ਇਹ ਬੰਦਾ ਮਤਲਬ ਕਿ ਬਿੱਲ ਕੀ ਆ ਜਾਏਗਾ ਕਿ ਡਿਸਓਨਰ ਹੋ ਗਿਆ। ਠੀਕ ਹੈ, ਹੁਣ ਆਪਾਂ ਸੈਕਿੰਡ ਕੇਸ ਦੇਖਦੇ ਹਾਂ। ਸੈਕਿੰਡ ਕੇਸ ਦੇਖਿਆ, ਡਿਸਕਾਊਂਟ ਹੋਇਆ ਸੀ ਬਿੱਲ, ਡਿਸਕਾਊਂਟ ਤੁਹਾਨੂੰ ਮੈਂ ਦੱਸਿਆ ਸੀ ਕਿ ਬਿੱਲ ਡਿਸਕਾਊਂਟ ਹੋ ਗਿਆ, ਮਤਲਬ ਕਿ ਐਕਸ ਨੇ, ਇਹ ਪਾਰਟੀ ਲਾ ਲਓ, ਐਕਸ ਲਾ ਲਓ, ਮਤਲਬ ਕਿ ਉਰੇ ਐਕਸ ਲਿਖਿਆ ਨਾ, ਮੈਂ ਤੁਹਾਨੂੰ ਐਕਸ ਨਾਲ ਰਿਲੇਟ ਕਰਕੇ ਚੱਲ ਰਿਹਾ ਕਿ ਐਕਸ ਨੇ ਬਿੱਲ ਪੈਸੇ ਪਹਿਲੇ ਹੀ ਲੈ ਲਏ, ਡਿਸਕਾਊਂਟ ਕਰਾ ਲਿਆ ਸੀ ਬਿੱਲ।
ਠੀਕ ਹੈ ਨਾ। ਹੁਣ ਡਿਸਕਾਊਂਟ ਕਰਾ ਲਿਆ ਸੀ ਬਿੱਲ, ਅਤੇ ਬਿੱਲ ਤਾਂ ਬੈਂਕ ਤਾਂ ਡਿਊ ਡੇਟ 'ਤੇ ਵਾਈ ਤੋਂ ਪੈਸੇ ਤਾਂ ਲਏਗਾ ਵਾਈ ਨੂੰ ਥੋੜ੍ਹਾ ਮਤਲਬ ਕਿ ਬੈਂਕ ਨੂੰ ਥੋੜ੍ਹਾ ਪਤਾ ਹੈ ਕਿ ਵਾਈ ਕੋਲ ਪੈਸੇ ਹੈ ਜਾਂ ਨਹੀਂ ਹੈ। ਉਹ ਡਿਊ ਡੇਟ 'ਤੇ ਜਾਏਗਾ, ਪੈਸੇ ਲਏਗਾ ਉਹ ਹੈ। ਮਗਰ ਕੀ ਹੋਇਆ ਕਿ ਡਿਸਓਨਰ ਹੋ ਗਿਆ ਬਿੱਲ। ਡਿਸਓਨਰ ਹੋ ਗਿਆ ਤਾਂ ਉਹੀ ਜਦੋਂ ਡਿਊ ਡੇਟ ਦੀ ਐਂਟਰੀ ਉਰੇ ਦਿਖਾ ਰਹੇ ਆ ਕਿ ਡਿਊ ਡੇਟ 'ਤੇ ਐਂਟਰੀ ਕੀ ਪਏਗੀ, ਡਿਊ ਡੇਟ 'ਤੇ ਐਂਟਰੀ ਕੀ ਪਏਗੀ। ਠੀਕ ਹੈ, ਜਦੋਂ ਡਿਊ ਡੇਟ ਗੱਲ ਆਈ ਸੀ ਤੁਹਾਨੂੰ ਦੱਸਿਆ ਸੀ ਉਸ ਵੇਲੇ ਐਕਸ ਦਾ ਕੋਈ ਕੰਮ ਨਹੀਂ, ਐਕਸ ਨੇ ਤਾਂ ਪਹਿਲੇ ਪੈਸੇ ਲੈ ਲਏ, ਪਹਿਲੇ ਪੈਸੇ ਲੈ ਲਏ ਨਾ, ਪਹਿਲੇ ਪੈਸੇ ਲੈ ਲਏ। ਬਟ ਜਦੋਂ ਡਿਊ ਡੇਟ ਆਈ ਉਹਨੂੰ ਬੈਂਕ ਨੂੰ ਪਤਾ ਲੱਗਾ ਯਾਰ ਵਾਈ ਕੋਲ ਤਾਂ ਪੈਸੇ ਹੀ ਨਹੀਂ ਹੈ। ਵਾਈ ਕੋਲ ਪੈਸੇ ਨਾ ਹੋਣ ਤੋਂ ਬਾਅਦ ਫਿਰ ਜ਼ਿੰਮੇਵਾਰੀ ਤਾਂ ਐਕਸ ਦੀ ਬਣਦੀ ਹੈ। ਕਿਉਂ ਐਕਸ ਦੀ ਬਣਦੀ ਹੈ? ਕਿਉਂਕਿ ਉਹਨੇ ਬੈਂਕ ਤੋਂ ਪਹਿਲੇ ਪੈਸੇ ਲੈ ਲਏ, ਜ਼ਿੰਮੇਵਾਰੀ ਐਕਸ ਦੀ ਬਣਦੀ ਹੈ। ਤਾਂ ਉਹ ਕੀ ਕਰੇਗਾ, ਉਹ ਪਾਰਟੀ ਦਾ ਨੇਮ ਲਏਗਾ ਉੱਪਰ ਕਿ ਇਸ ਦੇ ਬਿਹਾਵ 'ਤੇ ਜਿਹੜੇ ਮੈਂ ਤੁਹਾਡੇ ਤੋਂ ਪੈਸੇ ਲਿੱਤੇ ਸੀ ਵਾਈ ਅਕਾਊਂਟ ਨੂੰ ਡੈਬਿਟ ਕਰੇਗਾ। ਠੀਕ ਹੈ, ਵਾਈ ਅਕਾਊਂਟ ਨੂੰ ਡੈਬਿਟ ਕਰੇ ਜਿਸ ਬਿਹਾਵ 'ਤੇ ਉਹਨੇ ਪੈਸੇ ਲਿੱਤੇ ਸੀ, ਤਾਂ ਉਹ ਬੈਂਕ ਨੂੰ ਪੇ ਕਰੇਗਾ, ਸਾਰੀ ਅਮਾਊਂਟ ਪੇ ਕਰੇਗਾ ਵਿਦ ਜਿਹੜੇ ਨੋਟਿੰਗ ਚਾਰਜਿਸ ਸੀ। ਨੋਟਿੰਗ ਚਾਰਜ ਮਤਲਬ ਜਿਹੜਾ ਉਹਨੇ ਨੋਟਿਸ ਭੇਜਿਆ ਸੀ ਇਹਨੂੰ, ਉਹ ਵੀ ਪੇ ਕਰੇਗਾ। ਠੀਕ ਹੈ, ਪੇ ਕਰੇਗਾ। ਤਾਂ ਜਦੋਂ ਬਿੱਲ ਇਸ ਕੋਲ ਆਇਆ ਮਤਲਬ ਕਿ ਇਹਨੇ ਪੇ ਕਰਨਾ ਸੀ ਨਾ, ਇਹਨੇ ਬਿੱਲ ਪੇਬਲ ਟੂ ਕੈਸ਼ ਕਰਨਾ ਸੀ, ਬਿੱਲ ਪੇਬਲ ਟੂ ਕੈਸ਼ ਕਰਨਾ ਸੀ। ਬਟ ਉਰੇ ਕੀ ਹੋਇਆ, ਉਰੇ ਬਿੱਲ ਪੇਬਲ ਨਾ ਕਰਨ ਕਰਕੇ ਇਹ ਸੇਮ ਐਂਟਰੀ ਕਰੇਗਾ, ਮਤਲਬ ਜਿਹੜੀ ਉੱਪਰ ਐਂਟਰੀ ਕਰਕੇ ਆਇਆ ਉਰੇ ਜਿਹੜੀ ਐਂਟਰੀ ਹੋਏਗੀ ਉਹ ਸੇਮ ਕਰੇਗਾ, ਕਿਉਂਕਿ ਉਸ ਕੋਲ ਪੈਸੇ ਤਾਂ ਹੈ ਨਹੀਂ, ਉਹ ਸੇਮ ਐਂਟਰੀ ਕਰੇਗਾ, ਬਸ ਉਰੇ ਨੋਟਿਸ ਚਾਰਜਿਸ ਐਡ ਕਰ ਲੇਗਾ ਟੂ ਐਕਸ ਅਕਾਊਂਟ। ਠੀਕ ਹੈ, ਕਿਉਂਕਿ ਉਰੇ ਹੋ ਗਿਆ ਨਾ ਬੀਇੰਗ ਡਿਸਓਨਰ ਔਨ ਦਾ ਮੈਜੋਰਟੀ ਡੇਟ ਐਂਡ ਨੋਟਿਸ ਚਾਰਜਿਸ ਪੇਡ ਬਾਈ ਦਾ ਐਕਸ, ਐਕਸ ਨੇ ਪੇ ਕੀਤੇ ਸੀ ਨਾ, ਐਕਸ ਨੇ ਪੇ ਕੀਤੇ ਸੀ। ਠੀਕ ਹੈ, ਅਤੇ ਇਹ ਬਿੱਲ ਪੇਬਲ ਦੀ ਅਮਾਊਂਟ ਹੋ ਜਾਏਗੀ ਟੂ ਅਤੇ ਨੋਟਿੰਗ ਚਾਰਜਿਸ ਹੋ ਜਾਣਗੇ। ਠੀਕ ਹੈ, ਅਤੇ ਇਹ ਟੂ ਐਕਸ ਨੂੰ ਉਹਨੇ ਪੇ ਕਰਨੇ ਹੈ। ਠੀਕ ਹੈ, ਟੂ ਐਕਸ ਨੂੰ ਪੇ ਕਰਨੇ ਆ, ਹਾਲੇ ਉਹਨੇ ਪੇ ਨਹੀਂ ਕੀਤੇ, ਉਸ ਨੂੰ ਕਹਿੰਦੇ ਆ ਸੈਕਿੰਡ ਕੇਸ, ਜਿਸ ਵਿੱਚ ਕਿ ਇਹਨੂੰ ਤਾਂ ਪੈਸੇ ਵਾਪਸ ਦੇਣੇ ਹੀ ਪੈਣੇ ਆ ਬੈਂਕ ਨੂੰ, ਕਿਉਂਕਿ ਬੈਂਕ ਨੂੰ ਇਹ ਹੈ ਕਿ ਮੈਨੂੰ ਤਾਂ ਪੈਸੇ ਮਿਲਣ, ਉਹਨੂੰ ਪੈਸੇ ਨਾ ਮਿਲੇ ਤਾਂ ਉਹ ਜਾ ਕੇ ਐਕਸ ਕੋਲ ਹੀ ਜਾਏਗਾ, ਐਕਸ ਤੋਂ ਇਹ ਨੋਟਿਸ ਚਾਰਜਿਸ ਪੈਸੇ ਇੰਕਲੂਡ ਹੋਣਗੇ ਕਿਉਂਕਿ ਉਹਨੇ ਨੋਟਿਸ ਵੀ ਭੇਜਿਆ ਹੋਏਗਾ, ਅਤੇ ਇਹ ਨੋਟਿਸ ਚਾਰਜਿਸ ਇਸ ਤੋਂ ਲਏਗਾ। ਬਾਕੀ ਜਿਹੜੀ ਉੱਪਰਲੀ ਐਂਟਰੀ ਆਪਾਂ ਕਰਕੇ ਆਏ ਨਾ ਇਸ ਵਿੱਚ ਪਹਿਲੇ ਕੇਸ ਵਿੱਚ, ਉਹੀ ਸੇਮ ਐਂਟਰੀ ਇਵੇਂ ਉਰੇ ਆ ਜਾਏਗੀ, ਕਿਉਂਕਿ ਉਹਨੂੰ ਪੈਸੇ ਆਪਾਂ ਉਰੇ ਕੈਸ਼ ਕਿਉਂ ਨਹੀਂ ਕੀਤਾ, ਕੈਸ਼ ਇਸ ਕਰਕੇ ਨਹੀਂ ਕੀਤਾ ਕਿਉਂਕਿ ਉਸ ਕੋਲ ਪੈਸੇ ਹੀ ਨਹੀਂ ਹਾਲੇ, ਉਹ ਸਿੰਪਲ ਟਰਮ 'ਚ ਐਂਟਰੀ ਕਰੇਗਾ, ਹਾਲੇ ਉਸ ਕੋਲ ਕੋਈ ਪੈਸਾ ਨਹੀਂ। ਉਹ ਆਉਣ ਟਾਈਮ ਪਤਾ ਲੱਗੇਗਾ ਉਸ ਕੋਲ ਪੈਸਾ ਹੋਏਗਾ ਨਹੀਂ ਹੋਏਗਾ, ਜਾਂ ਤਾਂ ਉਹ ਰੀਨਿਊ ਕਰੇਗਾ ਜਾਂ ਤਾਂ ਐਕਸਪਾਇਰ ਕਰੇਗਾ, ਕੁਛ ਹੋਏਗਾ ਤਾਂ ਸਾਨੂੰ ਪਤਾ ਲੱਗੇਗਾ। ਫਿਲਹਾਲ ਤਾਂ ਇਹ ਐਂਟਰੀ ਹੀ ਆਏਗੀ ਜੋ ਡਿਸਓਨਰ ਦੀ ਹੋਏਗੀ। ਠੀਕ ਹੈ, ਹੁਣ ਤੀਜਾ ਕੇਸ ਦੇਖਦੇ ਹਾਂ। ਤੀਜਾ ਕੇਸ ਕੀ ਸੀ, ਐਂਡੋਰਸ ਹੋ ਗਿਆ ਬਿੱਲ, ਸੀ ਕੋਲ ਐਂਡੋਰਸ ਹੋ ਗਿਆ ਬਿੱਲ। ਹੁਣ ਸੀ ਕੋਲ ਐਂਡੋਰਸ ਹੋ ਗਿਆ ਬਿੱਲ, ਆਪਾਂ ਸੀ ਵਾਲੀ ਐਂਟਰੀ ਦੇਖੀ ਇੱਕ ਵਾਰੀ, ਜਿਹੜਾ ਐਂਡੋਰਸ ਹੋਇਆ ਸੀ ਬਿੱਲ, ਆਪਾਂ ਨੂੰ ਨਾਲ ਦੇਖਣਾ ਚਾਹੀਦਾ ਨਾ, ਸੀ ਆ ਰਿਹਾ। ਜੋ ਡਿਊ ਡੇਟ ਆਈ ਇਹਦਾ ਕੋਈ ਲੈਣਾ ਦੇਣਾ ਨਹੀਂ ਸੀ ਕਿਉਂਕਿ ਉਹਨੇ ਤਾਂ ਪਹਿਲੇ ਹੀ ਬਿੱਲ ਦੇਤਾ ਸੀ, ਅਤੇ ਇਹਨੇ ਕੈਸ਼ ਪੇ ਕਰਨਾ ਸੀ, ਇਹਨੇ ਕੈਸ਼ ਰਿਸੀਵ ਕਰਨਾ ਸੀ। ਬਟ ਉਰੇ ਤੁਹਾਨੂੰ ਦੇਖ ਲਈਏ ਡਿਊ ਡੇਟ ਵਾਲੀ ਐਂਟਰੀ, ਆਪਾਂ ਹੁਣ ਥੱਲੇ ਚੱਲਦੇ ਹਾਂ ਕਿ ਜਦੋਂ ਡਿਸਓਨਰ ਹੋ ਗਿਆ ਬਿੱਲ, ਤਾਂ ਥਰਡ ਕੇਸ ਵਿੱਚ ਕੀ ਹੋਇਆ, ਦੱਸੋ। ਥਰਡ ਕੇਸ ਵਿੱਚ ਇਹ ਹੋਇਆ ਕਿ ਜਿਹੜੀ ਵਾਈ ਦੀ ਜਿੰਨੀ ਅਮਾਊਂਟ ਸੀ, ਮਤਲਬ ਕਿ ਜਿੰਨੀ ਅਮਾਊਂਟ ਬਣਦੀ ਸੀ ਉਹਨੇ ਮਤਲਬ ਕਿ ਉਹਨੇ ਬਿੱਲ ਦੇ ਦਿੱਤਾ ਸੀ ਨਾ ਯਾਰ ਜੈਡ ਨੂੰ ਬਿੱਲ ਦੇ ਦਿੱਤਾ ਕਿ ਤੂੰ ਪੈਸੇ ਫੜ ਲਈ ਵਾਈ ਤੋਂ। ਜੈਡ ਮਤਲਬ ਕਿ ਕ੍ਰੈਡੀਟਰ, ਐਕਸ ਦਾ ਕ੍ਰੈਡੀਟਰ, ਉਹਨੂੰ ਪੇਮੈਂਟ ਕਰਨੀ ਸੀ, ਜੈਡ ਨੂੰ ਪੇਮੈਂਟ ਕਰਨੀ ਸੀ। ਜੈਡ ਕਹਿੰਦਾ, ਐਕਸ ਕਹਿੰਦਾ ਮੇਰੇ ਕੋਲ ਹਲੇ ਪੈਸੇ ਆਏ ਨੇ, ਤੂੰ ਪਕੜ ਇਹ ਬਿੱਲ ਪਕੜ। 1 ਮਹੀਨੇ ਬਾਅਦ ਜਿਵੇਂ ਇਹ ਦੋਨਾਂ ਦੀ ਐਕਸ ਅਤੇ ਵਾਈ ਟ੍ਰਾਂਜੈਕਸ਼ਨ ਹੋਈ ਤਾਂ 1 ਮਹੀਨੇ ਬਾਅਦ ਜੈਡ ਆ ਗਿਆ, ਜੈਡ ਕਹਿੰਦਾ ਮੇਰੇ ਪੈਸੇ ਦੇ, ਉਹ ਕਹਿੰਦਾ ਮੇਰੇ ਕੋਲ ਤਾਂ ਐਕਸ ਕਹਿੰਦਾ ਮੇਰੇ ਕੋਲ ਹਲੇ ਫਿਲਹਾਲ ਹੈ ਨਹੀਂ ਮਤਲਬ ਉਸ ਦਿਨ ਹੈ ਨਹੀਂ ਹੋਣਗੇ ਨਹੀਂ, ਤਾਂ ਉਹਨੇ ਜਾ ਕੇ ਬਿੱਲ ਦੇ ਦਿੱਤਾ ਉਹਨੂੰ, ਕਹਿੰਦਾ ਆਪ ਪਕੜ ਮੇਰੇ ਕੋਲ ਵਾਈ ਦਾ ਬਿੱਲ ਪਿਆ, ਇਹ ਵਾਈ ਨੇ ਮੈਨੂੰ ਪੈਸੇ ਦੇਣੇ ਆ, 1 ਮਹੀਨੇ ਬਾਅਦ ਉਸ ਤੋਂ ਜਾ ਕੇ ਲੈ ਲਈ। ਜ਼ੈਡ ਗਿਆ ਵਾਈ ਕੋਲ, ਵਾਈ ਕਹਿੰਦਾ ਮੇਰੇ ਕੋਲ ਹੈ ਨਹੀਂ, ਬਿੱਲ ਹੋ ਗਿਆ ਡਿਸਓਨਰ। ਤਾਂ ਡਿਸਓਨਰ ਵਕਤ ਕੀ ਐਂਟਰੀ ਹੋਈ, ਤਾਂ ਜ਼ਿੰਮੇਵਾਰੀ ਕਿਹਦੀ ਬਣਦੀ ਹੈ, ਐਕਸ ਦੀ ਬਣਦੀ ਹੈ। ਐਕਸ ਦੇਗਾ ਜ਼ੈਡ ਨੂੰ ਪੈਸੇ ਕਿਉਂਕਿ ਉਹ ਤਾਂ ਉਸਦੇ ਬਿਹਾਫ 'ਤੇ ਗਿਆ ਸੀ, ਤਾਂ ਵਾਈ ਅਕਾਊਂਟ ਡੈਬਿਟ ਟੂ ਜ਼ੈਡ ਅਕਾਊਂਟ, ਉਰੇ ਉਹ ਜ਼ੈਡ ਨੂੰ ਪੈਸੇ ਦੇ ਦੇਗਾ, ਵਾਈ ਅਕਾਊਂਟ ਨੂੰ ਡੈਬਿਟ ਕਰੇਗਾ, ਇਸ ਪਾਰਟੀ ਨੂੰ ਡੈਬਿਟ ਕਰੇਗਾ, ਇਹਦੀ ਅਮਾਊਂਟ ਨੂੰ ਡੈਬਿਟ ਕਰੇਗਾ ਟੂ ਜ਼ੈਡ ਅਕਾਊਂਟ, ਜ਼ੈਡ ਨੂੰ ਪੈਸੇ ਦੇਗਾ, ਵਿੱਚ ਨੋਟਿੰਗ ਚਾਰਜਿਸ ਵੀ ਹੋਣਗੇ। ਨੋਟਿੰਗ ਚਾਰਜਿਸ ਮਤਲਬ ਇਹ ਹੁੰਦਾ ਕਿ ਉਹਨੇ ਨੋਟਿਸ ਵੀ ਭੇਜਿਆ ਹੋਏਗਾ। ਠੀਕ ਹੈ, ਨੋਟਿਸ ਵੀ ਭੇਜਿਆ ਹੋਏਗਾ। ਠੀਕ ਹੈ, ਇਸ ਵਿੱਚ ਨੋਟਿਸ ਜਿਹੜਾ ਹੋਏਗਾ ਉਹਨੇ ਐਡ ਕਿਉਂ ਕੀਤਾ ਉਰੇ, ਕਿਉਂਕਿ ਜ਼ੈਡ ਨੇ ਪਹਿਲੇ ਜਦੋਂ ਉਸਦਾ ਡਿਸਓਨਰ ਹੋਇਆ ਸੀ ਬਿੱਲ, ਜਦੋਂ ਉਹਦਾ ਡਿਸਓਨਰ ਹੋਇਆ ਹੋਣਾ ਬਿੱਲ, ਤਾਂ ਉਸਨੇ ਨੋਟਿਸ ਚਾਰਜਿਸ ਐਕਚੁਅਲ 'ਚ ਉਹਨੇ ਪੇ ਕੀਤੇ ਹੋਣੇ, ਉਹਨੇ ਨੋਟਿਸ ਤਾਂ ਭੇਜਿਆ ਹੋਣਾ ਨਾ, ਠੀਕ ਹੈ, ਨੋਟਿਸ ਭੇਜਿਆ ਹੋਣਾ ਐਕਸ ਨੂੰ ਕਿ ਤੂੰ ਮੇਰੀ ਪੇਮੈਂਟ ਨਹੀਂ ਹੋਈ, ਤਾਂ ਉਹ ਨੋਟਿਸ ਚਾਰਜਿਸ ਜ਼ੈਡ ਦੇ ਜਿਹੜੇ ਉਹ ਐਕਸ ਬੀਅਰ ਕਰੇਗਾ। ਠੀਕ ਹੈ, ਐਕਸ ਬੀਅਰ ਕਰੇਗਾ, ਤਾਂ ਟੂ ਜ਼ੈਡ, ਤਾਂ ਉਰੇ ਲਿਖਿਆ ਕਿ ਐਡ ਨੋਟਿੰਗ ਚਾਰਜਿਸ ਇਫ ਐਨੀ, ਤਾਂ ਉਰੇ ਨੋਟਿੰਗ ਚਾਰਜਿਸ ਐਡ ਹੋ ਜਾਣਗੇ। ਠੀਕ ਹੈ, ਵਾਈ ਅਕਾਊਂਟ ਡੈਬਿਟ ਟੂ ਜ਼ੈਡ ਅਕਾਊਂਟ, ਤਾਂ ਉਰੇ ਬਿੱਲ ਪੇਏਬਲ ਨੋਟਿੰਗ ਚਾਰਜਿਸ ਟੂ ਐਕਸ ਅਕਾਊਂਟ। ਠੀਕ ਹੈ, ਇਹ ਸਿੰਪਲ ਉਹੀ ਐਂਟਰੀ ਚੱਲਦੀ ਆਏਗੀ ਕਿਉਂਕਿ ਇਹ ਤਾਂ ਹਾਲੇ ਵਿਚਾਰਾ ਕੁਛ ਨਹੀਂ ਕਰ ਪਾ ਰਿਹਾ, ਇਸ ਸਿਰਫ ਆਪਣੇ ਨੋਟਿੰਗ ਚਾਰਜਿਸ ਐਡ ਕਰੀ ਜਾ ਰਿਹਾ ਹਰੇਕ ਕੇਸ ਵਿੱਚ। ਠੀਕ ਹੈ, ਕੋਈ ਵੀ ਕੇਸ ਆ ਰਿਹਾ ਉਸ ਵਿੱਚ ਨੋਟਿੰਗ ਚਾਰਜਿਸ ਐਡ ਕਰੀ ਜਾ ਰਹੇ। ਠੀਕ ਹੈ,
ਬਿਲ ਬੀਇੰਗ ਡਿਸਓਨਰਡ ਔਨ ਦਾ ਮੈਜੋਰਟੀ ਐਂਡ ਦੀ ਚਾਰਜਸ ਪੇਡ ਬਾਈ ਦਾ ਐਕਸ। ਠੀਕ ਹੈ। ਹੁਣ ਫੋਰਥ ਵਿੱਚ ਕੀ ਹੋਇਆ, ਬਿਲ ਸੈਂਟ ਫੋਰ ਕਲੈਕਸ਼ਨ, ਉਹਨੇ ਕਲੈਕਸ਼ਨ ਨਹੀਂ ਭੇਜਦਾ ਬਿਲ। ਦੂਜੇ ਕੇਸ ਆਪਾਂ ਆਖਰੀ ਕੇਸ ਦੇਖਿਆ ਸੀ ਕਲੈਕਸ਼ਨ ਵਿੱਚ, ਤਾਂ ਬਿਲ ਸੈਂਟ ਬੈਂਕ ਜਾਏਗਾ ਮੈਜੋਰਟੀ ਡੇਟ 'ਤੇ, ਉਹ ਕਹਿੰਦਾ ਮੇਰੇ ਪੈਸੇ ਦੇ, ਉਹ ਕਹਿੰਦਾ ਮੇਰੇ ਕੋਲ ਹੈ ਨਹੀਂ, ਉਹ ਹੈ ਨਹੀਂ, ਤਾਂ ਇਹ ਐਂਟਰੀ ਬਿਲਕੁਲ ਸੇਮ ਹੋਏਗੀ, ਇਹ ਕੋਈ ਚੇਂਜ ਨਹੀਂ ਹੋਏਗੀ, ਇਹ ਸੇਮ ਹੋਏਗੀ ਐਂਟਰੀ, ਬਸ ਉਹ ਨੋਟਿਸ ਚਾਰਜਿਸ ਐਡ ਕਰਦਾ ਜਾਏਗਾ, ਬਾਕੀ ਐਂਟਰੀ ਸੇਮ ਹੋਏਗੀ, ਇਸ ਵਿੱਚ ਉਹਨੇ ਕੋਈ ਨਹੀਂ ਹੋਏਗਾ, ਮਗਰ ਐਕਸ ਦੀ ਐਂਟਰੀ ਚੇਂਜ ਹੋ ਜਾਏਗੀ, ਐਕਸ ਦੀ ਐਂਟਰੀ ਚੇਂਜ ਹੋ ਜਾਏਗੀ। ਇਹ ਕੀ ਕਰੇਗਾ, ਜਿਹੜਾ ਉਸ ਕੋਲ ਬਿੱਲ ਆਇਆ ਹੁੰਦਾ ਨਾ, ਬਿੱਲ ਸੈਂਟ ਆਇਆ ਹੁੰਦਾ, ਤਾਂ ਉਹ ਇਹ ਪੈਸੇ ਵਾਪਸ ਕਰੇਗਾ, ਇਹ ਪੈਸੇ ਵਾਪਸ ਕਰੇਗਾ। ਠੀਕ ਹੈ ਨਾ, ਵਾਈ ਅਕਾਊਂਟ ਡੈਬਿਟ ਟੂ ਬਿੱਲ ਸੈਂਟ ਫੋਰ ਕਲੈਕਸ਼ਨ ਟੂ ਬੈਂਕ ਅਕਾਊਂਟ ਬੀਇੰਗ ਡਿਸਓਨਰਡ ਐਂਡ ਨੋਟਿਸ ਚਾਰਜਿਸ ਪੇ ਟੂ ਦਾ ਬੈਂਕ, ਉਹਨੇ ਪੇਡ ਵੀ ਕੀਤੇ ਅਤੇ ਡਿਸਓਨਰ ਹੋ ਗਿਆ ਬਿੱਲ। ਠੀਕ ਹੈ ਨਾ, ਉਹ ਦੂਜੀ ਐਂਟਰੀ ਹੋ ਜਾਏਗੀ, ਕਿਉਂਕਿ ਇਹਨੂੰ ਤਾਂ ਪੇ ਕਰੇਗਾ ਨਾ, ਇਹ ਤਾਂ ਉਹ ਪੇ ਕਰੇਗਾ, ਕਿਉਂਕਿ ਇਹਨੇ ਤਾਂ ਬਿੱਲ ਸੈਂਟ ਫੋਰ ਕਲੈਕਸ਼ਨ ਲਈ ਭੇਜਤਾ ਸੀ। ਠੀਕ ਹੈ ਨਾ, ਮਤਲਬ ਕਿ ਵਾਈ ਅਕਾਊਂਟ ਨੂੰ ਡੈਬਿਟ ਕਰੇਗਾ, ਟੂ ਬਿੱਲ ਸੈਂਟ ਫੋਰ ਕਲੈਕਸ਼ਨ ਨੂੰ ਕ੍ਰੈਡਿਟ ਕਰੇਗਾ। ਕਿਉਂ ਕਰੇਗਾ, ਆਪਾਂ ਜੇ ਉੱਪਰ ਦੇਖੀਏ, ਆ ਦੇਖੋ ਆਪਾਂ ਉਰੇ ਕੀ ਦੇਖਿਆ ਸੀ, ਡਿਊ ਡੇਟ 'ਤੇ ਉਹਨੂੰ ਪਤਾ ਸੀ ਕਿ ਮੇਰੇ ਕੋਲ ਪੈਸੇ ਆ ਜਾਣਗੇ, ਮਗਰ ਉਸ ਕੋਲ ਪੈਸੇ ਨਹੀਂ ਆਏ। ਇਸ ਵਿੱਚ ਉਹਨੇ ਕੁਛ ਸਿਰਫ ਕਲੈਕਸ਼ਨ ਲਈ ਭੇਜਿਆ ਸੀ, ਉਹਨੇ ਨਾ ਤਾਂ ਪਹਿਲੇ ਪੈਸੇ ਬੈਂਕ ਤੋਂ ਲਿੱਤੇ, ਨਾ ਉਹਨੇ ਇੰਡੋਰਸ ਕੀਤਾ, ਕੁਛ ਨਹੀਂ ਕੀਤਾ, ਇੰਡੋਰਸ ਨਹੀਂ ਕੀਤਾ ਉਸਨੇ, ਤਾਂ ਕੀ ਕਰੇਗਾ, ਉਹ ਬੈਂਕ ਅਕਾਊਂਟ ਡੈਬਿਟ ਕਰੇਗਾ, ਟੂ ਬਿੱਲ ਸੈਂਟ ਫੋਰ ਕਲੈਕਸ਼ਨ ਕਰੇਗਾ। ਤਾਂ ਸੈਂਟ ਫੋਰ ਕਲੈਕਸ਼ਨ ਕਰੇਗਾ, ਤਾਂ ਉਰੇ ਜੇ ਸਿੰਪਲ ਐਂਟਰੀ ਵਿੱਚ ਹਲੇ ਡਿਸਓਨਰ ਦੀ ਨੇ ਸਿੰਪਲ ਐਂਟਰੀ ਦੇਖੋ, ਤਾਂ ਉਰੇ ਬਿੱਲ ਪੇਬਲ ਟੂ ਕੈਸ਼ ਕਰੇਗਾ, ਜਦੋਂ ਡਿਸਓਨਰ ਨਹੀਂ ਹੋਇਆ ਸੀ, ਸਿੰਪਲ ਟਰਮ 'ਚ ਜਿਹੜੀ ਐਂਟਰੀ ਹੋਈ ਸੀ। ਹੁਣ ਆ ਕੇਸ ਆ ਗਿਆ ਡਿਸਓਨਰ ਦਾ, ਇਸ ਵਿੱਚ ਕੀ ਕਰੇਗਾ, ਉਹ ਪਾਰਟੀ ਦਾ ਨਾਮ ਉੱਪਰ ਰੱਖ ਦੇਗਾ, ਕਿਉਂਕਿ ਹਲੇ ਪੈਸੇ ਨਹੀਂ ਆਏ ਉਸ ਕੋਲ, ਕ੍ਰੈਡਿਟ ਦੇ ਸੀ, ਕਿਉਂਕਿ ਮਾਲ ਡਿਸਓਨਰ ਹੀ ਹੋ ਗਿਆ। ਜਦੋਂ ਡਿਸਓਨਰ ਹੋਇਆ ਤਾਂ ਆਪਾਂ ਨੇ ਉਸ ਪਾਰਟੀ ਦਾ ਨੇਮ ਉੱਪਰ ਕਰ ਦੇਣਾ, ਕਿਉਂਕਿ ਕੈਸ਼ ਵਿੱਚ ਨਾ ਆ ਕੇ ਉਸ ਪਾਰਟੀ ਦਾ ਨੇਮ ਉੱਪਰ ਆ ਜਾਏਗਾ, ਕਿਉਂਕਿ ਇਸ ਦਾ ਖੜਿਆ ਪਿਆ ਬੈਲੈਂਸ, ਖੜਿਆ ਇਹਦਾ ਵਾਈ ਦਾ ਖੜਾ, ਤਾਂ ਵਾਈ ਅਕਾਊਂਟ ਡੈਬਿਟ ਟੂ ਬਿੱਲ ਸੈਂਟ ਫੋਰ ਕਲੈਕਸ਼ਨ ਹੋ ਜਾਏਗਾ, ਅਤੇ ਇਹਨੂੰ ਸਿਰਫ ਕੱਲੇ ਨੋਟਿਸ ਚਾਰਜਿਸ ਪੇ ਕਰੇਗਾ, ਕਿਉਂਕਿ ਇਹਨੇ ਇਹਨੂੰ ਨੋਟਿਸ ਤਾਂ ਭੇਜਿਆ ਹੋਏਗਾ, ਅਤੇ ਇਹ ਨੋਟਿਸ ਬੀਅਰ ਕਰੇਗਾ, ਕਿਉਂਕਿ ਸਾਰੇ ਨੋਟਿਸ ਬੀਅਰ ਕਰੇਗਾ, ਭਾਵੇਂ ਜਿਹੜਾ ਮਰਜ਼ੀ ਕੇਸ ਆਵੇ, ਕਿਉਂਕਿ ਇਹਨੇ ਨੂੰ ਨੋਟਿਸ ਭੇਜਿਆ, ਨੋਟਿਸ ਦਾ ਖਰਚਾ ਬੀਅਰ ਕਰੇਗਾ, ਤਾਂ ਉਹ ਆਪਣੇ ਇਸ ਖਾਤੇ ਦਿਖਾ ਦੇਗਾ ਕਿ ਹਾਂ ਭਾਈ ਮੈਂ ਪੇਮੈਂਟ ਨਹੀਂ ਕਰ ਪਾ ਰਿਹਾ, ਬਟ ਚਾਰਜਿਸ ਮੇਰੇ ਖਾਤੇ 'ਚ ਇਨਕਲੂਡ ਹੋਣਗੇ। ਠੀਕ ਹੈ, ਇਹ 4 ਕੇਸਿਸ ਹੋਣਗੇ ਕਿ ਜਦੋਂ ਡਿਸਓਨਰ ਹੋ ਜਾਂਦਾ ਬਿੱਲ ਡਿਸਓਨਰ ਦਾ ਮਤਲਬ ਹੋਇਆ ਨਾ ਕਿ ਐਕਚੁਅਲ ਜਦੋਂ ਟਾਈਮ ਆਇਆ ਤਾਂ ਉਦੋਂ ਉਹਨੇ ਪੈਸੇ ਪੇ ਨਹੀਂ ਕੀਤੇ। ਤਾਂ ਉਸ ਤੋਂ ਬਾਅਦ ਹੁਣ ਡੋਰਸੀ ਜਿਹੜਾ ਹੈ, ਸਪੋਜ਼ ਕਰੋ ਜਿਹੜਾ ਉੱਪਰਲਾ ਕੇਸ ਦੇਖਿਆ ਆਪਾਂ ਨੇ, ਉੱਪਰਲਾ ਕੇਸ ਜਦੋਂ ਆਪਾਂ ਦੇਖਿਆ ਆ ਰਿਹਾ ਥਰਡ ਕੇਸਿਸ ਨਾ, ਇੱਕ ਥਰਡ ਕੇਸ ਸੀ ਜਦੋਂ ਇੰਡੋਰਸ ਕੀਤਾ ਸੀ, ਇਹ ਦੋ ਪਾਰਟੀਆਂ ਦੀ ਆਪਾਂ ਗੱਲ ਕਰ ਲਈ ਐਕਸ ਅਤੇ ਵਾਈ ਦੀ। ਮੈਂ ਜ਼ੈਡ ਕੀ ਕਰੇਗਾ, ਜਦੋਂ ਆਪਾਂ ਉੱਪਰ ਦੇਖਿਆ ਸੀ ਜ਼ੈਡ ਕੀ ਕਰੇਗਾ ਜਦੋਂ ਡਿਸਓਨਰ ਹੋ ਜਾਏਗਾ। ਠੀਕ ਹੈ, ਆਪਾਂ ਉੱਪਰ ਦੇਖਿਆ ਸੀ, ਆ ਦੇਖੋ ਆ ਰਿਹਾ ਠੀਕ ਹੈ, ਜ਼ੈਡ ਨੇ ਉਰੇ ਕੀ ਕੀਤਾ ਸੀ, ਡਿਊ ਡੇਟ 'ਤੇ ਉਸ ਕੋਲ ਕੈਸ਼ ਆ ਗਿਆ ਸੀ ਨਾ, ਬਿਲ ਰਿਸੀਵੇਬਲ, ਮਤਲਬ ਕਿ ਇਸ ਤੋਂ ਪੈਸਾ ਆ ਗਿਆ ਸੀ। ਠੀਕ ਹੈ ਨਾ, ਇਹਦਾ ਤਾਂ ਲੈਣਾ ਦੇਣਾ ਪਹਿਲਾਂ ਹੀ ਖਤਮ ਹੋ ਗਿਆ ਸੀ, ਬਟ ਇਸ ਕੋਲ ਪੈਸਾ ਨਹੀਂ ਆਇਆ। ਇਹ ਕੀ ਕਰੇਗਾ, ਜਿਹੜੀ ਐਂਟਰੀ ਹੈ, ਇਹ ਐਂਟਰੀ ਕਿਵੇਂ ਹੋਏਗੀ ਡਿਸਓਨਰ ਵਿੱਚ, ਉਹ ਆਪਾਂ ਦੇਖ ਲੈਂਦੇ ਹਾਂ। ਡਿਸਓਨਰ ਵਕਤ ਆ ਰਹੀ, ਠੀਕ ਹੈ, ਉਸ ਕੋਲ ਕੈਸ਼ ਨਾ ਆ ਕੇ ਉਸ ਪਾਰਟੀ ਦਾ ਨੇਮ ਆ ਜਾਏਗਾ। ਠੀਕ ਹੈ, ਉਸ ਪਾਰਟੀ ਦਾ ਨੇਮ ਆ ਜਾਏਗਾ। ਠੀਕ ਹੈ, ਟੂ ਬਿਲ ਰਿਸੀਵੇਬਲ ਟੂ ਕੈਸ਼ ਅਕਾਊਂਟ, ਕਿਉਂਕਿ ਨੋਟਿਸ ਭੇਜੇਗਾ ਨਾ, ਨੋਟਿਸ ਭੇਜੇਗਾ ਐਕਸ ਨੂੰ ਕਿ ਭਾਈ ਤੂੰ ਮੇਰੇ ਪੈਸੇ ਤਾਂ ਦੇ ਯਾਰ, ਮੈਨੂੰ ਕੀ ਵਾਈ ਨੇ ਤਾਂ ਪੈਸੇ ਦਿੱਤੇ ਨਹੀਂ ਮੈਨੂੰ, ਉਹ ਨੋਟਿਸ ਭੇਜੇਗਾ, ਟੂ ਕੈਸ਼ ਵਿੱਚੋਂ ਨੋਟਿਸ ਭੇਜੇਗਾ, ਅਤੇ ਟੂ ਬਿਲ ਰਿਸੀਵੇਬਲ ਐਕਸ ਨੂੰ ਵਾਪਸ ਕਰੇਗਾ ਬਿੱਲ, ਪਕੜ ਆਪਣਾ ਬਿੱਲ, ਇਹ ਨਹੀਂ ਕੁਝ ਬਣਿਆ, ਇਹਦਾ ਬਿੱਲ ਦਾ ਕੁਛ ਨਹੀਂ ਬਣਿਆ, ਅਤੇ ਕੁਛ ਨਹੀਂ ਮਤਲਬ ਕਿ ਮੇਰੇ ਬਿੱਲ ਦਾ ਕੁਛ ਨਹੀਂ ਬਣਿਆ, ਮਤਲਬ ਕਿ ਤੇਰਾ ਬਿੱਲ ਤਾਂ ਡਿਸਓਨਰ ਹੋ ਚੁੱਕਾ ਬਿੱਲ, ਤਾਂ ਉਹ ਬਿੱਲ ਵਾਪਸ ਭੇਜੇਗਾ, ਐਕਸ ਅਕਾਊਂਟ ਨੂੰ ਡੈਬਿਟ ਕਰੇਗਾ, ਉਹਦੇ ਕੈਸ਼ ਨਾਲ ਡੈਬਿਟ ਕਰਕੇ ਉਹਨੇ ਪਾਰਟੀ ਨੂੰ ਡੈਬਿਟ ਕਰਦਾ ਜਿਸ ਤੋਂ ਉਹਨੇ ਪੈਸੇ ਲੈਣੇ ਸੀ। ਤਾਂ ਟੂ ਕੈਸ਼ ਕਿਉਂ ਕੀਤਾ ਹੋਇਆ, ਕਿਉਂਕਿ ਉਹ ਨੋਟਿਸ ਚਾਰਜਿਸ ਉਹ ਕੈਸ਼ 'ਚ ਹੀ ਪੇ ਕਰੇਗਾ, ਕਿਉਂਕਿ ਉਹਨੇ ਇੱਕ ਨੋਟਿਸ ਵੀ ਭੇਜਿਆ ਹੋਏਗਾ, ਤਾਂ ਉਹ ਕੈਸ਼ ਉਹ ਇਹ ਬੀਅਰ ਕਰੂੰ ਕਰੇਗਾ, ਇਹ ਐਕਸ ਬੀਅਰ ਕਰੇਗਾ। ਐਕਸ ਕਿਸ ਤੋਂ ਪੈਸੇ ਲਏਗਾ, ਵਾਈ ਤੋਂ ਪੈਸੇ ਲਏਗਾ। ਠੀਕ ਹੈ ਨਾ, ਤਾਂ ਇਹ ਸਾਰੀ ਟ੍ਰਾਂਜੈਕਸ਼ਨ ਇਵੇਂ ਹੋਣਗੀਆਂ। ਠੀਕ ਹੈ, ਡਿਸਓਨਰ ਦੀਆਂ। ਸਪੋਜ਼ ਕਰੋ ਰੀਨਿਊ ਹੋ ਗਿਆ ਬਿੱਲ, ਅਤੇ ਰੀਨਿਊ ਹੋ ਗਿਆ ਬਿੱਲ, ਮਤਲਬ ਕਿ ਇਹ ਹੋ ਗਿਆ ਕਿ ਡਿਸਓਨਰ ਤੋਂ ਪਹਿਲੇ ਦੀ ਗੱਲ ਆਈ, ਕਿਉਂਕਿ ਇੱਕ ਟਾਈਮ ਆਇਆ ਕਿ ਡਿਊ ਡੇਟ ਆਉਣ ਵਾਲੀ ਸੀ, ਡਿਊ ਡੇਟ ਤੋਂ 2 ਦਿਨ ਪਹਿਲਾਂ ਕਿ ਇਹਨੇ ਜਾ ਕੇ ਵਾਈ ਨੇ ਕਿਹਾ ਕਿ ਤੂੰ ਭਾਈ ਮੈਂ ਡਿਸਓਨਰ ਤਾਂ ਨਹੀਂ ਕਰਾਉਣਾ ਚਾਹੁੰਦਾ, ਮੈਂ ਆਪਣੀ ਰੈਪੂਟੇਸ਼ਨ ਤਾਂ ਨਹੀਂ ਖਰਾਬ ਕਰਨਾ ਚਾਹੁੰਦਾ, ਤੂੰ ਐਂ ਕਰ ਆਪਾਂ ਨਵੀਂ ਡੇਟ ਤੈਅ ਕਰ ਲੈਂਦੇ ਹਾਂ। ਉਹ ਕਹਿੰਦਾ ਚਲੋ ਠੀਕ ਹੈ, ਰੀਨਿਊ ਹੋ ਗਿਆ ਬਿੱਲ। ਠੀਕ ਹੈ, ਰੀਨਿਊ ਮਤਲਬ ਕਿ ਨਵੀਂ ਡੇਟ ਤੈਅ ਕਰਨਾ ਨਾ ਬਿਫੋਰ ਦਾ ਮੈਜੋਰਟੀ ਡੇਟ ਤੋਂ ਪਹਿਲੇ, ਕਿਉਂਕਿ ਉਹਨੂੰ ਪਤਾ ਸੀ ਵਾਈ ਨੂੰ ਜੇ ਮੈਜੋਰਟੀ ਡੇਟ ਆ ਗਈ ਤਾਂ ਡਿਸਕਾਊਂਟ ਮਤਲਬ ਕਿ ਮੇਰਾ ਡਿਸਓਨਰ ਹੋ ਜਾਏਗਾ ਬਿੱਲ, ਡਿਸਕਾਊਂਟ ਨਹੀਂ ਡਿਸਓਨਰ ਹੋ ਜਾਏਗਾ ਬਿੱਲ, ਅਤੇ ਡਿਸਓਨਰ ਹੋ ਜਾਏਗਾ ਬਿੱਲ
ਤਾਂ ਉਸ ਤੋਂ ਬਚਣਾ ਚਾਹੁੰਦਾ ਸੀ। ਤਾਂ ਉਹ ਬਚਣ ਲਈ ਉਹ ਕੀ ਕਰੇਗਾ, ਉਹ ਪਹਿਲੇ ਰੀਨਿਊ ਕਰਾ ਲਏਗਾ ਬਿੱਲ। ਤੂੰ ਅੱਗੇ ਲਈ ਕੋਈ ਡੇਟ ਰੱਖ ਲੈ ਯਾਰ, ਉਹ ਦੁਬਾਰਾ ਕ੍ਰੀਏਟ ਕਰ ਲੈ ਯਾਰ ਬਿੱਲ। ਉਹ ਕਹਿੰਦਾ ਚਲੋ ਠੀਕ ਹੈ, ਐਕਸ ਮੰਨ ਜਾਂਦਾ। ਐਕਸ ਨੂੰ ਜਦੋਂ ਕ੍ਰੀਏਟ ਕਰੇਗਾ ਉਹ ਐਂਟਰੀ, ਤਾਂ ਉਹ ਕੀ ਕਰੇਗਾ, ਪਹਿਲੇ ਤਾਂ ਕੈਂਸਲ ਕਰੇਗਾ, ਪੁਰਾਣੀ ਐਂਟਰੀ ਕੈਂਸਲ ਕਰੇਗਾ, ਇਹ ਉਲਟੀ ਹੋ ਜਾਏਗੀ ਐਂਟਰੀ। ਵਾਈ ਨੂੰ ਡੈਬਿਟ ਕਰ ਦੇਗਾ, ਟੂ ਬਿੱਲ ਰਿਸੀਵੇਬਲ ਕਰ ਦੇਗਾ, ਬਿੱਲ ਪੇਬਲ ਨੂੰ ਡੈਬਿਟ ਕਰ ਦੇਗਾ, ਟੂ ਐਕਸ ਨੂੰ ਕ੍ਰੈਡਿਟ ਕਰ ਦੇਗਾ। ਠੀਕ ਹੈ, ਕਿਉਂਕਿ ਐਵੀਡੈਂਸ ਦੇ ਤੌਰ 'ਤੇ ਪਹਿਲੀ ਜਿਹੜੀ ਐਂਟਰੀ ਹੈ ਕ੍ਰੈਡਿਟ ਕੈਂਸਲ ਹੋਏਗੀ, ਕੈਂਸਲ ਦੀ ਉਲਟੀ ਐਂਟਰੀ ਹੋ ਜਾਏਗੀ। ਠੀਕ ਹੈ, ਕੈਂਸਲ ਜਿਵੇਂ ਬੀਇੰਗ ਓਲਡ ਬਿੱਲ ਕੈਂਸਲਡ ਹੋਏਗਾ ਬਿਫੋਰ ਦਾ ਮੈਜੋਰਟੀ ਡੇਟ, ਉਲਟੀ ਐਂਟਰੀ ਨਹੀਂ ਹੋਗੀ, ਕਿਉਂਕਿ ਜਦੋਂ ਐਵੀਡੈਂਸ 'ਤੇ ਮੰਗਣ ਗਿਆ ਸੀ ਤਾਂ ਇੰਨੇ ਸਾਈਨ ਕਰਕੇ ਆਪਾਂ ਕ੍ਰੈਡਿਟ ਕਰਦੇ ਹੁੰਦੇ ਸੀ ਕਿ ਐਕਸ ਨੂੰ ਆਪਾਂ ਡੈਬਿਟ ਕਰਦੇ ਸੀ, ਟੂ ਬਿੱਲ ਪੇਏਬਲ ਕ੍ਰੈਡਿਟ ਕਰਦੇ ਸੀ। ਠੀਕ ਹੈ, ਇਹ ਉਲਟੀ ਐਂਟਰੀ ਕਰ ਦੇਗਾ, ਕਿਉਂਕਿ ਉਲਟੀ ਐਂਟਰੀ ਕਿਉਂ ਕੀਤੀ, ਕਿਉਂਕਿ ਕੈਂਸਲ ਹੋ ਰਹੀ ਹੈ, ਕੈਂਸਲ ਤੇ ਉਲਟੀ ਐਂਟਰੀ ਕਰ ਦੇਗਾ। ਤੇ ਇਹ ਕੀ ਕਰਦਾ ਹੁੰਦਾ ਸੀ, ਬਿੱਲ ਰਿਸੀਵੇਬਲ ਕਰਦਾ ਹੁੰਦਾ ਸੀ ਡੈਬਿਟ, ਕਿਉਂਕਿ ਇਸ ਕੋਲ ਬਿੱਲ ਆ ਜਾਂਦਾ ਸੀ ਸਾਈਨ ਕਰਕੇ ਟੂ ਵਾਈ ਅਕਾਊਂਟ, ਵਾਈ ਤੋਂ ਆਉਂਦਾ ਹੁੰਦਾ ਸੀ, ਇਹ ਕੈਂਸਲ ਕਰ ਦੇਗਾ, ਇਹ ਉਲਟੀ ਐਂਟਰੀ ਕਰ ਦੇਗਾ। ਠੀਕ ਹੈ, ਦੋਨੋਂ ਆਪਣੀਆਂ ਐਂਟਰੀਆਂ ਉਲਟੀਆਂ ਹੋਣਗੀਆਂ। ਤਾਂ ਨਵੀਂ ਡੇਟ ਬਣੇਗੀ। ਠੀਕ ਹੈ, ਨਵੀਂ ਡੇਟ ਬਣੇਗੀ ਤਾਂ ਨਵੀਂ ਡੇਟ ਤੋਂ ਪਹਿਲਾਂ ਉਹ ਇੰਟਰਸਟ ਵੀ ਚਾਰਜ ਕਰੇਗਾ। ਠੀਕ ਹੈ ਨਾ, ਉਹ ਇੰਟਰਸਟ ਤਾਂ ਲਏਗਾ ਇਹਦਾ ਕਿ ਹਾਂ ਭਾਈ ਮਤਲਬ ਕਿ ਤੂੰ ਮੇਰੇ ਨਾਲ ਰੀਨਿਊ ਕਰਾ ਰਿਹਾ ਬਿੱਲ, ਡਿਸੋ ਨਹੀਂ ਕਰਾਉਣਾ, ਮਗਰ ਮੈਂ ਤਾਂ ਆਪਣੇ ਡਿਊ 'ਤੇ ਪੈਸੇ ਲੈਣੇ, ਡਿਊ ਡੇਟ 'ਤੇ ਪੈਸੇ ਲੈਣੇ ਸੀ, ਉਹਨੂੰ ਡਿਊ ਡੇਟ 'ਤੇ ਨਹੀਂ ਮਿਲ ਰਹੇ ਪੈਸੇ, ਮੈਂ ਤਾਂ ਆਪਣਾ ਇੰਟਰਸਟ ਚਾਰਜ ਕਰਾਂਗਾ। ਉਹ ਕਹਿੰਦਾ ਚਲੋ ਠੀਕ ਹੈ, ਤੂੰ ਲੈ ਲੈ ਯਾਰ ਪੈਸੇ, ਖਰਚਾ ਲੈ ਲਈ ਤੂੰ ਵਿੱਚ ਹੀ ਲੈ ਲਈ, 1 ਮਹੀਨੇ ਬਾਅਦ ਲੈ ਲਈ, ਤਾਂ ਮੇਰੇ ਕੋਲ ਪੈਸੇ ਤਾਂ ਆਉਣਗੇ, ਤਾਂ ਮੈਂ ਆਪਣੇ ਇੰਟਰਸਟ ਦੇ ਪੈਸੇ ਵੀ ਦੇਵਾਂਗਾ। ਤਾਂ ਇੰਟਰਸਟ ਦੀ ਐਂਟਰੀ ਕਿਵੇਂ ਹੋਏਗੀ, ਇੰਟਰਸਟ ਦੀ ਐਂਟਰੀ ਇਵੇਂ ਹੋਏਗੀ, ਕੈਸ਼ ਅਕਾਊਂਟ ਡੈਬਿਟ ਟੂ ਇੰਟਰਸਟ, ਐਕਸ ਨੂੰ ਇੰਟਰਸਟ ਮਿਲੇਗਾ, ਇਹ ਪੇ ਕਰੇਗਾ। ਠੀਕ ਹੈ, ਜੇ ਉਹ ਇੰਟਰਸਟ ਨਹੀਂ ਪੇ ਕਰ ਰਿਹਾ ਹਾਲੇ ਕੈਸ਼ ਵਿੱਚ, ਮਤਲਬ ਕਿ ਇੱਕ ਤਰ੍ਹਾਂ ਨਾਲ ਇੱਕ ਗੱਲ ਜਨਰਲ ਐਂਟਰੀ ਹੋ ਰਹੀ ਹੈ, ਕਿਉਂਕਿ ਉਹ ਡਿਊ ਡੇਟ 'ਤੇ ਪੇ ਕਰਨਾ ਚਾਹੁੰਦਾ ਹਾਲੇ, ਤਾਂ ਵਾਈ ਅਕਾਊਂਟ ਨੂੰ ਡੈਬਿਟ ਕਰੇਗਾ ਟੂ ਇੰਟਰਸਟ ਅਕਾਊਂਟ, ਉਰੇ ਦਿਖਾ ਦੇਗਾ ਇੰਟਰਸਟ ਅਕਾਊਂਟ ਡੈਬਿਟ ਟੂ ਐਕਸ ਅਕਾਊਂਟ, ਕਿਉਂਕਿ ਹਲੇ ਉਹਨੇ ਕੈਸ਼ 'ਚ ਪੇ ਨਹੀਂ ਕਰਨਾ, ਮਗਰ ਐਂਟਰੀ ਜਨਰੇਟ ਹੋ ਚੁੱਕੀ ਹੈ ਕਿਉਂਕਿ ਇਹਨੇ ਮੈਨੂੰ ਇੰਟਰਸਟ ਦੇਣਾ ਹੈ। ਠੀਕ ਹੈ ਨਾ, ਤਾਂ ਵਾਈ ਨੂੰ ਡੈਬਿਟ ਕਰ ਲੇਗਾ ਕੈਸ਼ ਨਾਲ ਡੈਬਿਟ ਕਰਕੇ। ਠੀਕ ਹੈ, ਤੇ ਇਹਨੇ ਮੈਨੂੰ ਇੰਟਰਸਟ ਦੇਣਾ, ਅਤੇ ਇਹ ਇੰਟਰਸਟ ਅਕਾਊਂਟ ਡੈਬਿਟ ਟੂ ਐਕਸ ਅਕਾਊਂਟ ਹੋ ਜਾਏਗਾ। ਜਦੋਂ ਡਿਊ ਡੇਟ ਆਏਗੀ ਨਾਲ ਇੰਟਰਸਟ ਨੂੰ ਦੇਣਾ ਪਏਗਾ। ਠੀਕ ਹੈ, ਵੈਨ ਦਾ ਨਿਊ ਬਿੱਲ ਰਿਸੀਵਡ, ਜਦੋਂ ਨਿਊ ਬਿੱਲ ਰਿਸੀਵ ਹੋ ਗਿਆ ਤਾਂ ਨਿਊ ਬਿੱਲ ਦੀ ਫਿਰ ਉਹੀ ਐਂਟਰੀ ਸੇਮ ਸਟਾਰਟ ਹੋ ਜਾਏਗੀ, ਜਿਵੇਂ ਬਿੱਲ ਰਿਸੀਵੇਬਲ ਟੂ ਵਾਈ ਅਕਾਊਂਟ, ਇਹ ਬਿੱਲ ਪੇਏਬਲ ਕਰੇਗਾ, ਉਹੀ ਸੇਮ ਐਂਟਰੀ। ਫਿਰ ਜਦੋਂ ਮਤਲਬ ਕਿ ਜਦੋਂ ਆਇਆ ਟਾਈਮ ਤਾਂ ਇਹਨੇ ਪੇਮੈਂਟ ਕਰਤੀ, ਨਾਲ ਉਹਨੇ ਇੰਟਰਸਟ ਦੀ ਪੇਮੈਂਟ ਕਰਤੀ, ਜੇ ਉਹਨੇ ਇੰਟਰਸਟ ਪਹਿਲੇ ਕੈਸ਼ ਵਿੱਚ ਨਹੀਂ ਦਿੱਤਾ ਸੀ ਤਾਂ ਉਹ ਪੇਮੈਂਟ ਕਰ ਦੇਗਾ ਜਦੋਂ ਨਵੀਂ ਬਿੱਲ ਦੀ ਗੱਲ ਆ ਜਾਏਗੀ। ਠੀਕ ਹੈ, ਜੋ ਨਵੇਂ ਬਿੱਲ ਦੀ ਨਵੀਂ ਡੇਟ ਤਿਆਰੀ ਹੋਏਗੀ ਤਾਂ ਇਹ ਇੱਕ ਟਾਈਮ ਸਪੈਸੀਫਾਈ ਹੋ ਜਾਏਗਾ, ਬਾਕੀ ਐਂਟਰੀਆਂ ਸੇਮ ਹੋਣਗੀਆਂ ਜਿਹੜੀਆਂ ਆਪਾਂ ਉੱਪਰ ਕਰਕੇ ਆਏ ਹਾਂ। ਇਸ ਐਂਟਰੀ ਤੋਂ ਬਾਅਦ ਜਿਹੜੀ ਬਾਕੀ ਐਂਟਰੀ ਹੋਏਗੀ ਉਹ ਬਿਲਕੁਲ ਸੇਮ ਹੋਏਗੀ ਜਿਹੜੀ ਆਪਾਂ ਫਸਟ ਐਂਟਰੀ ਦੇਖੀ ਸੀ ਨਾ, ਆ ਰਹੀ ਬਿਲਕੁਲ ਸੇਮ, ਸੋਰੀ ਉਰੇ ਨਹੀਂ ਆ ਰਹੀ ਸੇਮ। ਠੀਕ ਹੈ ਨਾ, ਇਹ ਐਂਟਰੀ ਦੁਬਾਰਾ ਕ੍ਰੀਏਟ ਹੋਈ ਤਾਂ ਇਸ ਤੋਂ ਬਾਅਦ ਇਹ ਐਂਟਰੀ ਮਤਲਬ ਕਿ ਡਿਊ ਡੇਟ 'ਤੇ ਪੈਸਾ ਨੂੰ ਮਿਲ ਜਾਏਗਾ, ਇਹਨੂੰ ਕਹਿੰਦੇ ਰੀਨਿਊ ਆਫ ਦੀ ਬਿੱਲ। ਠੀਕ ਹੈ, ਹੁਣ ਆਪਾਂ ਰੀਨਿਊ ਆਫ ਦੀ ਬਿੱਲ ਦੇਖ ਲਿਆ। ਰਿਟਾਇਰਿੰਗ ਆਫ ਦੀ ਬਿੱਲ, ਰਿਟਾਇਰ ਹੋ ਗਿਆ ਬਿੱਲ, ਮਤਲਬ ਕਿ ਸਮਟਾਈਮਸ ਦਾ ਸੈਪਟਰ ਜਿਹੜਾ ਹੁੰਦਾ ਹੈਜ਼ ਅ ਸਫੀਸ਼ੀਐਂਟ ਫੰਡ ਟੂ ਪੇ ਦੀ ਬਿਫੋਰ ਦ ਮੈਜੋਰਟੀ ਡੇਟ। ਉਹ ਕਈ ਵਾਰੀ ਤਾਂ ਸਿਆਣਾ ਹੁੰਦਾ ਹੈ ਜਿਹੜਾ ਵਾਈ ਸੀ, ਉਹ ਕਹਿੰਦਾ ਮੈਂ ਪਹਿਲੇ ਪੇ ਕਰਨਾ ਚਾਹੁੰਦਾ, ਉਹ ਕਹਿੰਦਾ ਚਲੋ ਠੀਕ ਹੈ ਪਹਿਲੇ ਪੇ ਕਰ ਰਿਹਾ ਤਾਂ ਬਹੁਤ ਅੱਛੀ ਗੱਲ ਹੈ, ਮੈਨੂੰ ਪੇ ਕਰ ਰਿਹਾ ਤੂੰ, ਉਹ ਕਹਿੰਦਾ ਚਲੋ ਠੀਕ ਹੈ, ਉਹ ਇਸ 'ਤੇ ਉਹਨੂੰ ਰਿਬੇਟ ਵੀ ਦੇਗਾ। ਠੀਕ ਹੈ, ਰਿਬੇਟ ਮਤਲਬ ਕਿ ਉਹਨੂੰ ਡਿਸਕਾਊਂਟ ਵੀ ਦੇਗਾ। ਹੁਣ ਐਕਸ ਡਿਸਕਾਊਂਟ ਦੇ ਰਿਹਾ, ਪਹਿਲੀ ਵਾਰ ਜਿਹੜਾ ਡਿਸਕਾਊਂਟ ਦੇਗਾ ਵਾਈ ਨੂੰ ਕਿਉਂ ਡਿਸਕਾਊਂਟ ਦੇ ਰਿਹਾ ਉਹ, ਕਿਉਂਕਿ ਉਹ ਪਹਿਲੇ ਪੇ ਕਰ ਰਿਹਾ, ਤਾਂ ਉਰੇ ਕੀ ਕਰੇਗਾ, ਇਹਦੇ ਅਕਾਊਂਟ 'ਚ ਲਾਸਟ ਐਂਟਰੀ ਉਹਦੇ ਜਦੋਂ ਡਿਊ ਡੇਟ ਆ ਜਾਏਗੀ, ਜਦੋਂ ਟਾਈਮ ਆ ਜਾਏਗਾ, ਪਹਿਲੀਆਂ ਦੋ ਐਂਟਰੀਆਂ ਬਿਲਕੁਲ ਸੇਮ ਹੋਣਗੀਆਂ ਜਿਹੜੀ ਮੈਂ ਉੱਪਰ ਕਰਾਉਂਦਾ ਆ ਰਿਹਾ, ਕਿਉਂਕਿ ਜਦੋਂ ਪਹਿਲੇ ਜਨਰੇਟ ਹੋਈ ਸੇਲ ਦੀ ਐਂਟਰੀ ਹੋਈ, ਫਿਰ ਇੱਕ ਜਦੋਂ ਡਿਊ ਡੇਟ ਦੀ ਹੋਈ, ਜਦੋਂ ਮੈਜੋਰਟੀ ਡੇਟ ਦੀ ਗੱਲ ਆਈ, ਜਦੋਂ ਮੈਜੋਰਟੀ ਆਈ ਉਦੋਂ ਕੀ ਗੱਲ ਬਣੀ, ਉਦੋਂ ਕੀ ਗੱਲ ਬਣੀ। ਠੀਕ ਹੈ, ਤਾਂ ਵੈਨ ਵਾਈ ਪੇਡ ਕੈਸ਼ ਫੋਰ ਦਾ ਬਿੱਲ ਬਿਫੋਰ ਦਾ ਡਿਊ ਡੇਟ ਤੋਂ ਪਹਿਲੇ ਪੇ ਕਰ ਰਹੇ ਹਾਂ ਤਾਂ ਕੈਸ਼ ਉਸ ਕੋਲ ਆ ਜਾਏਗਾ। ਰਿਬੇਟ ਉਰੇ ਡੈਬਿਟ ਕਿਉਂ ਹੋਇਆ, ਕਿਉਂਕਿ ਡੈਬਿਟ ਔਰ ਐਕਸਪੈਂਸਿਸ ਐਕਚੁਅਲੀ ਤਾਂ ਖਰਚਾ ਹੋ ਗਿਆ, ਕਿਉਂਕਿ ਮਤਲਬ ਜਿੱਥੇ 10,000 ਰਿਸੀਵ ਕਰਨਾ ਸੀ, ਉਹ ਕਹਿੰਦਾ ਚੱਲ ਤੂੰ ਮੈਨੂੰ 9,000 ਦੇ, ਤੈਨੂੰ 1,000 ਦੀ ਮੈਂ ਰਿਬੇਟ ਦੇ ਰਿਹਾ ਕਿਉਂਕਿ ਤੂੰ ਪਹਿਲੇ ਪੈਸੇ ਮੈਨੂੰ ਪੇ ਕਰ ਰਹੇ। ਅਤੇ ਉਰੇ ਕੀ ਹੋਏਗਾ, ਬਿੱਲ ਪੇਬਲ ਟੂ ਡੈਬਿਟ ਹੋਏਗਾ, ਉਵੇਂ ਸੇਮ ਐਂਟਰੀ ਟੂ ਐਕਸ ਨੂੰ ਦੇਗਾ। ਠੀਕ ਹੈ, ਟੂ ਐਕਸ ਨੂੰ ਦੇਗਾ ਪੈਸੇ। ਠੀਕ ਹੈ, ਐਕਸ ਨੂੰ ਪੈਸੇ ਦੇਗਾ ਤਾਂ ਪੈਸੇ ਦੇਗਾ, ਜਿਵੇਂ ਕੈਸ਼ ਅਕਾਊਂਟ ਡੈਬਿਟ ਹੋਏਗਾ ਟੂ ਰਿਬੇਟ, ਉਹਨੂੰ ਡਿਊ ਡੇਟ ਤੋਂ ਪਹਿਲੇ ਹੋ ਗਿਆ ਨਾ, ਤਾਂ ਡਿਊ ਡੇਟ ਤੋਂ ਪਹਿਲੇ ਉਹਨੂੰ ਪੈਸੇ ਮਿਲ ਗਏ ਤਾਂ ਇਹ ਰਿਬੇਟ ਕਰੇਗਾ। ਅਤੇ ਉਰੇ ਜਿਹੜਾ ਵਾਈ ਹੈ ਉਹ ਆਪਣੀ ਜਨਰਲ ਐਂਟਰੀ ਕੀ ਦਿਖਾਏਗਾ, ਉਹ ਆਪਣੀ ਜਨਰਲ ਐਂਟਰੀ ਦਿਖਾਏਗਾ ਬਿੱਲ ਪੇਬਲ ਅਕਾਊਂਟ ਡੈਬਿਟ ਟੂ ਐਕਸ ਅਕਾਊਂਟ ਟੂ ਰਿਬੇਟ ਉਹਨੂੰ ਮਿਲਿਆ ਕ੍ਰੈਡਿਟ ਔਰ ਇਨਕਮਸ ਐਂਡ ਗੇਨਸ। ਠੀਕ ਹੈ, ਉਰੇ ਜਿਹੜਾ ਐਂਟਰੀ ਜਨਰੇਟ ਹੋ ਰਹੀ ਹੈ ਨਾ, ਬੀਇੰਗ ਬਿੱਲ ਰਿਟਾਇਰ ਹੋਣ ਤੋਂ ਪਹਿਲਾਂ ਡਿਊ ਡੇਟ ਬਿਫੋਰ ਦੀ ਡਿਊ ਡੇਟ, ਬਿੱਲ ਰਿਟਾਇਰ ਹੋ ਜਾਣਾ ਡਿਊ ਡੇਟ ਤੋਂ, ਐਂਡ ਰਿਸੀਵਡ ਦੀ ਰਿਬੇਟ, ਇਹਨੇ ਰਿਸੀਵ ਕੀਤੀ ਹੈ ਰਿਬੇਟ। ਠੀਕ ਹੈ,
ਉਹਨੇ ਉਰੇ ਰਿਸੀਵ ਕੀਤੀ, ਉਹ ਐਕਸ ਨਾਲ ਆ ਕੇ ਕੈਸ਼ ਵੀ ਆ ਸਕਦਾ। ਠੀਕ ਹੈ, ਉਹ ਜ਼ਰੂਰੀ ਨਹੀਂ ਹੈ ਵੈਸੇ, ਮਤਲਬ ਕਿ ਉਰੇ ਕੈਸ਼ ਵੀ ਆ ਸਕਦਾ। ਤਾਂ ਉਰੇ ਸਿਰਫ ਇਹ ਹੋ ਗਿਆ ਕਿ ਡਿਊ ਡੇਟ ਤੋਂ ਪਹਿਲਾਂ ਉਸਨੇ ਰਿਟਾਇਰ ਹੋ ਜਾਣਾ ਬਿੱਲ। ਜੋ 7 ਤਰੀਕ ਸੀ ਤਾਂ 6 ਤਰੀਕ ਜਾਂ 5 ਤਰੀਕ ਨੂੰ ਹੀ ਪੇਮੈਂਟ ਕਰਤੀ ਵਾਈ ਨੇ ਐਕਸ ਨੂੰ। ਠੀਕ ਹੈ ਫਰੈਂਡਸ, ਉਰੇ ਸਿਰਫ ਇਹ ਕਹਿਣਾ ਚਾਹ ਰਹੇ ਹਾਂ। ਤਾਂ ਆਪਾਂ ਅੱਜ 6 ਟਾਈਪਸ ਦੇਖੀਆਂ, ਆਪਾਂ ਕੰਡੀਸ਼ਨਾਂ ਦੇਖੀਆਂ ਨੇ। ਮੈਜੋਰਟੀ ਡੇਟ, ਇੰਡੋਰਸਮੈਂਟ, ਠੀਕ ਹੈ, ਡਿਸਓਨਰ, ਬਿਲ ਸੈਂਟ ਫॉर ਕਲੈਕਸ਼ਨ, ਇੰਡੋਰਸ ਵਾਲਾ ਗੱਲ। ਡਿਸਓਨਰ 'ਚ ਸਾਰੇ ਟਰਮ ਆ, ਚਾਰੋਂ ਕੰਡੀਸ਼ਨਾਂ ਆ ਜਾਣਗੀਆਂ। ਚਾਰੋਂ ਕੰਡੀਸ਼ਨਾਂ 'ਚ ਕਿਵੇਂ ਡਿਸਓਨਰ ਹੋਏਗਾ। ਠੀਕ ਹੈ, ਪਹਿਲੀ 2 ਐਂਟਰੀ ਸੇਮ ਹੋਣਗੀਆਂ, ਜਦੋਂ ਟਾਈਮ ਆਏਗਾ ਦੇਣ ਦਾ ਉਦੋਂ ਡਿਸਓਨਰ ਹੋ ਗਿਆ, ਉਦੋਂ ਕਿਹੜੀ ਐਂਟਰੀ ਆਏਗੀ। ਠੀਕ ਹੈ, ਉਦੋਂ ਇਹ ਸਿਸਟਮ ਹੋਏਗਾ। ਠੀਕ ਹੈ ਫਰੈਂਡਸ, ਜੇ ਤੁਹਾਨੂੰ ਅੱਜ ਦਾ ਲੈਕਚਰ ਮੇਰਾ ਅੱਛਾ ਲੱਗਿਆ ਹੋਵੇ, ਕਿਰਪਾ ਕਰਕੇ ਉਹਨੂੰ ਸ਼ੇਅਰ ਕਰਿਓ, ਕਮੈਂਟ ਕਰਿਓ। ਅਤੇ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਵੇ ਤੁਸੀਂ ਕਮੈਂਟ ਕਰਿਓ। ਠੀਕ ਹੈ, ਇਹ ਲੈਕਚਰ ਜੋ ਥੋੜ੍ਹਾ ਸਮਝਣ ਵਾਲਾ ਲੈਕਚਰ ਸੀ। ਠੀਕ ਹੈ ਨਾ, ਇਸ ਵਿੱਚ ਟਰਮ ਸਮਝਣ ਵਾਲੀਆਂ ਚੀਜ਼ ਸੀ। ਜੇ ਤੁਹਾਨੂੰ ਤਾਂ ਵੀ ਕੋਈ ਪ੍ਰੋਬਲਮ ਆਏ, ਮੈਂ ਆਉਣ ਵਾਲੇ ਲੈਕਚਰ 'ਚ ਜ਼ਰੂਰ ਸਮਝਾਉਣਾ। ਮੈਂ ਕਦੇ ਰੁਕਣ ਵਾਲਾ ਨਹੀਂ ਹਾਂ। ਮੈਂ ਤੁਹਾਡੀਆਂ ਪ੍ਰੋਬਲਮਸ ਨੂੰ ਖ਼ਤਮ ਕਰਨਾ ਹੀ ਹੈ ਮੈਂ, ਕਿਉਂਕਿ ਜਿਹੜਾ ਨੌ ਸਟੂਡੈਂਟ ਹੈ ਉਹਨਾਂ ਦੀ ਪ੍ਰੋਬਲਮਸ ਨੂੰ ਮੈਨੇ ਖ਼ਤਮ ਕਰਨਾ, ਕਿਉਂਕਿ ਉਹਨੂੰ ਵੀ ਸਮਝ ਆਉਣਾ ਚਾਹੀਦਾ। ਤਾਂ ਮੈਂ ਇਹਨਾਂ ਸਿੰਪਲ ਟਰਮ 'ਚ ਲੈਂਦਾ ਹੁੰਦਾ। ਮਗਰ ਬਾਈ ਚਾਂਸ ਤੁਹਾਨੂੰ ਤਾਂ ਵੀ ਪ੍ਰੋਬਲਮ ਆਉਂਦੀ ਹੈ, ਤੁਸੀਂ ਮੈਨੂੰ ਕਮੈਂਟ ਕਰਨਾ ਅਤੇ ਮੈਂ ਤੁਹਾਨੂੰ ਜਾਂ ਤਾਂ ਰਿਪਲਾਈ ਕਰਾਂਗਾ ਜਾਂ ਤਾਂ ਤੁਹਾਨੂੰ ਮੈਂ ਆਉਣ ਵਾਲੇ ਲੈਕਚਰ ਵਿੱਚ ਸਮਝਾਵਾਂਗਾ। ਠੀਕ ਹੈ ਫਰੈਂਡਸ, ਓਕੇ, ਥੈਂਕ ਯੂ।